ਇੱਕ ਫੈਡਰਲ ਸਟਰਕਚਰ ਦੇ ਤਹਿਤ ਇੱਕ ਵੱਡਾ ਇੱਕ ਦੇਸ਼ ਬਣਾਇਆ ਗਿਆ ਭਾਰਤ ਤੇ ਬਿਲਕੁਲ। ਸਿੱਖਾਂ ਨੇ ਵੀ ਉਦੋਂ ਆਪਣੇ ਆਪ ਨੂੰ ਇਸ ਭਾਰਤ ਦਾ ਆਪਣੇ ਆਪ ਨੂੰ ਹਿੱਸਾ ਬਣਾਇਆ। ਹਾਲਾਂਕਿ ਉਹ ਪੰਜਾਬ ਦੇ ਰਾਜੇ ਸੀਗੇ, ਪੰਜਾਬ ਦੇ ਵਿੱਚ ਸਿੱਖ ਰਾਜ ਸੀਗਾ ਜਦੋਂ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕੀਤਾ। ਪਹਿਲਾਂ ਇਹਨਾਂ ਨੇ ਆਪਣਾ ਨਾਰਾ ਦਿੱਤਾ, ਹੁਣ ਸਿੱਧੇ ਰੂਪ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾ ਰਹੀ ਆ। ਸੋ ਜਿਹੜੀ ਫੈਡਰਲ ਦੀ ਜਿਹੜੀ ਉਹ ਧਾਰਾ ਸੀ, ਜਿਹੜਾ ਉਹ ਮੂਲ ਜਿਹੜੇ ਕਰਕੇ ਸਾਰੇ ਰਿਆਸਤਾਂ ਤੇ ਸਾਰੇ ਰਾਜ ਤੇ ਸਿੱਖਾਂ ਨੇ ਵੀ ਆਪਣੇ ਆਪ ਨੂੰ ਜਾਂ ਪੰਜਾਬੀਆਂ ਨੇ ਵੀ ਆਪਣੇ ਆਪ ਨੂੰ ਉਹਦਾ ਹਿੱਸਾ ਬਣਾਇਆ ਸੀ, ਉਹ ਧਾਰਾ ਦੇ ਹੀ ਉਲਟ ਇਹ ਇਸ ਵੇਲੇ ਸਾਰਾ ਵਰਤਾਰਾ ਚੱਲ ਰਿਹਾ। ਇਹ ਬਿਲਕੁਲ ਸਿੱਧੇ ਰੂਪ ਦੇ ਵਿੱਚ ਬੀਜੇਪੀ ਦੇ ਝੋਲੀ ਚੁੱਕ ਇਹ ਸਾਰੇ ਕਲਾਕਾਰ ਨੇ। ਬੀਜੇਪੀ ਦੇ ਤਾਂ MP ਨੇ, ਹੰਸਰਾਜ ਹੰਸ ਦੀ ਤੁਸੀਂ ਗੱਲ ਕੀਤੀ ਆ। ਹੁਣ ਉਹਨਾਂ ਨੂੰ ਘਸਿਆਰੇ ਇਹਨਾਂ ਨੇ ਬਣਾਉਣ ਦੀ ਇੱਕ ਸਕੀਮ ਘੜੀ ਆ, ਜਿਹਦੇ ਤਹਿਤ ਇਹ ਜਦੋਂ ਅਡਾਨੀਆਂ ਅੰਬਾਨੀਆਂ ਦੇ ਨੌਕਰ ਬਣ ਜਾਣਗੇ ਜਾਂ ਦਿੱਲੀ ਜਾਂ ਬੰਬੇ ਵਰਗੇ ਸ਼ਹਿਰਾਂ 'ਚ ਜਾ ਕੇ ਨੌਕਰੀਆਂ ਕਰਨਗੇ, ਮਜ਼ਦੂਰੀ ਕਰਨਗੇ, ਸੋ ਇਹਨਾਂ ਦੇ ਵਿੱਚ ਫਿਰ ਅਣਖ ਕਿੱਥੋਂ ਰਹਿ ਜਾਣੀ ਆ ਤੇ ਇਹਨਾਂ ਨੇ ਫਿਰ ਹੱਕੀ ਮੰਗਾਂ ਦੀ ਗੱਲ ਕਿੱਥੋਂ ਕਰਨੀ ਆ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਅਕਾਲ ਚੈਨਲ ਦੇ ਉੱਤੇ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ। ਅਕਾਲ ਚੈਨਲ ਹਮੇਸ਼ਾ ਹੀ ਆਪਾਂ ਕਹੀਏ ਕਿ ਲੋਕ ਮੁੱਦਿਆਂ ਨੂੰ ਲੈ ਕੇ ਮੁੱਦਾ ਹੀ ਰਹਿੰਦਾ, ਹਮੇਸ਼ਾ ਤਤਪਰ ਰਹਿੰਦੇ ਆਪਾਂ। ਜਿਵੇਂ ਕਿ ਆਪ ਜੀ ਜਾਣਦੇ ਹੋ, ਇਸ ਵੇਲੇ ਪੰਜਾਬ ਦੇ ਨਾਲ ਇੱਕ ਵਾਰ ਫਿਰ ਦਿੱਲੀ ਦਾ ਵੈਰ ਜਿਹੜਾ ਉਹ ਸਾਹਮਣੇ ਆ ਚੁੱਕਿਆ। ਇਸ ਵਾਰ ਇਹ ਵੈਰ ਪਾਣੀਆਂ ਨੂੰ ਲੈ ਕੇ ਨਹੀਂ ਹੈ, ਇਸ ਵਾਰ ਜ਼ਮੀਨ ਨੂੰ ਲੈ ਕੇ ਹੈ। ਸਿੱਧੇ ਤੌਰ ਤੇ ਕਹੀਏ ਤਾਂ ਹੌਲੀ ਹੌਲੀ ਜ਼ਮੀਨਾਂ ਜਿਹੜੀਆਂ ਨੇ ਉਹ ਹੜੱਪਣ ਦੀਆਂ ਤਿਆਰੀਆਂ ਹੋ ਰਹੀਆਂ। ਬਹੁਤ ਪਹਿਲਾਂ ਤੋਂ ਕਾਫੀ ਪੰਜਾਬੀ ਗਾਇਕ ਜਿਹੜੇ ਨੇ ਪੰਜਾਬ ਨੂੰ ਲੈ ਕੇ ਸੁਹਿਰਦ ਗਾਇਕ, ਉਹਨਾਂ ਵੱਲੋਂ ਐਸੇ ਗੀਤ ਵੀ ਗਾਏ ਗਏ ਕਿ ਵੱਡੀਆਂ ਕੰਪਨੀਆਂ ਵੱਲੋਂ ਜ਼ਮੀਨਾਂ ਹੜੱਪਣ ਦੀ ਤਿਆਰੀ ਹੋ ਚੁੱਕੀ ਹੈ। ਸੋ 2020 ਦਾ ਉਹ ਸਮਾਂ ਅੱਜ ਆ ਚੁੱਕਿਆ ਜਦੋਂ ਕੁਝ ਐਸੇ ਖੇਤੀ ਨਾਲ ਸੰਬੰਧਿਤ ਆਰਡੀਨੈਂਸ ਜਿਹੜੇ ਨੇ ਉਹ ਪਾਸ ਕਰ ਦਿੱਤੇ ਗਏ ਨੇ। ਤੇ ਆਪ ਸਭ ਜਾਣਦੇ ਹੋ ਕਿ ਇਸ ਵੇਲੇ ਪੰਜਾਬ ਪੱਬਾਂ ਭਾਰ ਹੈ। ਹਰ ਇੱਕ ਪੰਜਾਬ ਦਾ ਉਹ ਵਾਸੀ ਧਰਨਿਆਂ ਦੇ ਉੱਤੇ, ਮੋਰਚਿਆਂ ਦੇ ਉੱਤੇ ਬੈਠਾ ਹੋਇਆ ਨਜ਼ਰ ਆ ਰਿਹਾ। ਪਿਛਲੇ ਦਿਨ ਹੀ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ, ਜਿਹਦੇ ਵਿੱਚ ਹਰ ਇੱਕ ਨੇ ਸ਼ਮੂਲੀਅਤ ਕੀਤੀ ਹੈ। ਇਸ ਵਾਰ ਇੱਕ ਵਿਲੱਖਣਤਾ ਦੇਖਣ ਨੂੰ ਇਹ ਮਿਲੀ ਕਿ ਕਲਾਕਾਰ, ਅਦਾਕਾਰ ਵੀ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਏ, ਜੋ ਕਿ ਇੱਕ ਚੰਗਾ ਸ਼ਗਨ ਮੰਨ ਸਕਦੇ ਹਾਂ। ਪਰ ਸਵਾਲ ਸਭ ਤੋਂ ਪਹਿਲਾਂ ਸਾਡਾ ਇਹ ਬਣ ਜਾਂਦਾ ਕਿ ਕੀ ਪੰਜਾਬੀ ਵਿਰਾਸਤ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਨੇ ਹੀ ਦੇ ਕੇ ਜਾਣਗੇ? ਕਿਉਂਕਿ 1947 ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਸੀਂ ਧਰਨੇ ਲਾਉਂਦੇ ਆਏ ਹਾਂ, ਮੋਰਚੇ ਲਾਉਂਦੇ ਆਏ ਹਾਂ, ਡਾਂਗਾਂ ਖਾਂਦੇ ਆਏ ਹਾਂ। ਕਦੇ ਪੰਜਾਬੀ ਸੂਬੇ ਦਾ ਮੋਰਚਾ, ਕਦੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣ ਵਾਸਤੇ, ਕਦੇ ਨਸ਼ਿਆਂ ਦੇ ਖਿਲਾਫ, ਕਦੇ ਜੂਨ 84, ਕਦੇ ਨਵੰਬਰ 84, ਕਦੇ ਪਾਣੀਆਂ ਦਾ ਮਸਲਾ ਤੇ ਅੱਜ ਜ਼ਮੀਨਾਂ ਦਾ ਮਸਲਾ। ਤੇ ਸਾਡੇ ਲੀਡਰਾਂ ਦਾ ਵੀ 47 ਤੋਂ ਲੈ ਕੇ ਅੱਜ ਤੱਕ ਦਾ ਉਹੀ ਰੋਲ ਰਿਹਾ। ਉਸ ਵੇਲੇ ਵੀ 47 ਦੇ ਵਿੱਚ ਵੀ ਜਿਹੜੇ ਫੈਸਲੇ ਸਾਡੇ ਲੀਡਰਾਂ ਵੱਲੋਂ ਕੇਂਦਰ ਦੇ ਪਿੱਛੇ ਲੱਗ ਕੇ ਲਏ ਗਏ, ਉਹੀ 78 ਦੇ ਵਿੱਚ ਲਏ ਗਏ, ਉਹੀ 84 ਦੇ ਵਿੱਚ ਲਏ ਗਏ। ਤੇ ਅੱਜ ਵੀ ਆਪਾਂ ਕਹੀਏ ਕਿ ਉਸੇ ਤਰ੍ਹਾਂ ਦੇ ਵਾਅਦੇ ਜਿਹੜੇ ਕੀਤੇ ਗਏ ਜਾਂ ਫਿਰ ਆਰਡੀਨੈਂਸ ਪਾਸ ਕਰਨ ਦੇ ਵਿੱਚ ਜਿਹੜੀ ਹਮਾਇਤ ਦਿੱਤੀ ਗਈ ਉਸੇ ਤਰ੍ਹਾਂ। ਸੋ ਜਿੱਥੇ ਮੈਂ ਗੱਲ ਕਰ ਰਿਹਾ ਕਲਾਕਾਰਾਂ ਦੀ, ਅਦਾਕਾਰਾਂ ਦੀ, ਵੈਸੇ ਪੰਜਾਬ ਤੇ ਭਾਰਤ ਜਿਹੜਾ ਦੇਸ਼ ਹੈ, ਉੱਥੇ ਸਾਡੇ ਕਲਾਕਾਰ ਅਦਾਕਾਰਾਂ ਦੀ ਜਿਹੜੀ ਭਰਮਾਰ ਹੈ, ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਕਲਾਕਾਰ ਨੇ, ਬਹੁਤ ਸਾਰੇ ਅਦਾਕਾਰ ਹੈ, ਸਾਡੇ ਮਨਪਸੰਦ ਵੀ ਉਹ ਨੇ। ਪਰ ਉਹਨਾਂ ਦੇ ਵਿੱਚੋਂ ਬਹੁਤ ਘੱਟ ਨੇ ਜਿਹੜੇ ਕਿ ਆਪਣੀ ਮਿੱਟੀ ਦੀ ਆਵਾਜ਼ ਸੁਣਦੇ ਨੇ, ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਕਲਾਕਾਰ, ਅਦਾਕਾਰ ਨੇ। ਅਦਾਕਾਰ ਦਾ ਮਤਲਬ ਸਿੱਧੇ ਤੌਰ ਤੇ ਹੁੰਦਾ ਕਿ ਸਮਾਜ ਨੂੰ ਸ਼ੀਸ਼ਾ ਦਿਖਾਉਣਾ, ਪਰ ਇਹ ਜ਼ਿੰਮੇਵਾਰੀ ਬਹੁਤ ਘੱਟ ਲੋਕ ਜਿਹੜੇ ਨੇ ਉਹ ਇਸ ਖਿੱਤੇ ਦੇ ਵਿੱਚ ਦਿਖਾ ਰਹੇ ਨੇ। ਜਿੱਥੇ ਕਲਾਕਾਰ ਲੋਕ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਏ, ਅੱਜ ਸਾਡੇ ਨਾਲ ਇੱਕ ਐਸੇ ਪੰਜਾਬ ਦੇ ਅਦਾਕਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਜਿੱਥੇ ਉਹਨਾਂ ਦੀ ਅਦਾਕਾਰੀ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਵੱਲੋਂ ਫਿਲਮਾਂ ਬਣਾਈਆਂ ਗਈਆਂ ਤੇ ਐਸੇ ਜਿਹੜੇ ਮੁੱਦੇ, ਐਸੇ ਟੌਪਿਕ ਉਹਨਾਂ ਦੇ ਵੱਲੋਂ ਚੁੱਕੇ ਗਏ, ਉਹਨਾਂ ਫਿਲਮਾਂ ਦੇ ਵਿੱਚ ਦਿਖਾਏ ਗਏ, ਜਿਸ ਤੋਂ ਬਾਅਦ ਸਰਕਾਰਾਂ ਨੂੰ ਵੀ ਕਈ ਵਾਰ ਤਕਲੀਫ ਹੁੰਦੀ ਰਹੀ ਹੈ। ਪਰ ਜਦੋਂ ਹੁਣ ਗੱਲ ਕਰਦੇ ਹਾਂ ਉਹਨਾਂ ਵੱਲੋਂ ਹਮੇਸ਼ਾ ਪੰਜਾਬ ਲਈ ਆਪਣੀ ਆਵਾਜ਼ ਚੁੱਕਣ ਦੀ ਗੱਲ, ਤਾਂ ਉਹ ਕਦੇ ਵੀ ਪਿੱਛੇ ਨਹੀਂ ਰਹੇ। ਕੋਈ ਵੀ ਮੁੱਦਾ ਹੋਵੇ ਪੰਜਾਬ ਦਾ, ਆਪਣੀ ਧਰਤੀ ਦਾ, ਸਿੱਖ ਕੌਮ ਦਾ, ਉਹ ਹਮੇਸ਼ਾ ਅੱਗੇ ਆ ਕੇ ਆਪਣੇ ਜਿਹੜੀ ਹੈ ਸ਼ਮੂਲੀਅਤ ਕਰਦੇ ਨੇ, ਜੋ ਕਿ ਕਰਨੀ ਵੀ ਚਾਹੀਦੀ ਹੈ। ਕਿਉਂਕਿ ਨੌਜਵਾਨ ਜਿਨ੍ਹਾਂ ਨੂੰ ਫੋਲੋ ਕਰਦੇ ਨੇ, ਉਹਨਾਂ ਦੇ ਕੋਲੋਂ ਹਮੇਸ਼ਾ ਹੀ ਉਹ ਐਸੀ ਆਸ ਰੱਖਦੇ ਨੇ। ਸੋ ਮੈਂ ਗੱਲ ਕਰਨ ਜਾ ਰਿਹਾ ਜੀ ਸਾਡੇ ਬਹੁਤ ਹੀ ਪਿਆਰੇ ਵੱਡੇ ਭਾਜੀ ਕੁਲਜਿੰਦਰ ਸਿੰਘ ਸਿੱਧੂ ਹੋਰਾਂ ਦੀ, ਜੋ ਕਿ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡਾ ਸਾਥ ਨਿਭਾਉਣਗੇ। ਉਹਨਾਂ ਦੇ ਨਾਲ ਖਾਸ ਤੌਰ ਦੇ ਉੱਤੇ ਮੁਲਾਕਾਤ ਕਰਾਂਗੇ। ਵਿਸ਼ੇ ਸਾਡੇ ਰਹਿਣਗੇ ਜੀ ਕਿਸਾਨ ਵਿਰੋਧੀ ਆਰਡੀਨੈਂਸ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ। ਸੋ ਜੀ ਆਇਆਂ ਨੂੰ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਕੁਲਜਿੰਦਰ ਸਿੰਘ ਸਿੱਧੂ ਭਾਜੀ ਨੂੰ। ਭਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਅਕਾਲ ਚੈਨਲ ਦੇ ਸਟੂਡੀਓ ਦੇ ਵਿੱਚ ਜੀ। ਸਤਿ ਸ੍ਰੀ ਅਕਾਲ ਦਲਜੀਤ, ਸਤਿ ਸ੍ਰੀ ਅਕਾਲ ਜੀ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ, ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ।
ਸੋ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਦੂਸਰੀ ਵਾਰ ਆਪ ਜੀ ਸਾਡੇ ਨਾਲ ਜੁੜੇ ਹੋ ਤੇ ਇਸ ਵਾਰ ਵੀ ਮੁੱਦੇ ਜਿਹੜੇ ਨੇ ਉਹ ਕੁਝ ਪੰਜਾਬ ਨੂੰ ਲੈ ਕੇ ਜਾਂ ਫਿਰ ਕਹਿ ਲਈਏ ਕਿ ਸਿੱਖ ਕੌਮ ਨੂੰ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਵੀ ਇਹ ਸਿਰਫ ਸਿੱਖਾਂ ਦਾ ਮਸਲਾ ਨਹੀਂ, ਹਰ ਇੱਕ ਪੰਜਾਬੀ ਦਾ ਮਸਲਾ, ਜਿਵੇਂ ਕਿ ਆਰਡੀਨੈਂਸਾਂ ਦੀ ਗੱਲ ਚੱਲ ਰਹੀ ਹੈ। ਸੋ ਆਪਾਂ ਸ਼ੁਰੂਆਤ ਦੇ ਵਿੱਚ ਜੇਕਰ ਇਹ ਆਪ ਜੀ ਦੇ ਕੋਲੋਂ ਜਾਣਨਾ ਚਾਹੀਏ ਕਿ ਪਿਛਲੇ ਦਿਨੀ ਤੁਸੀਂ ਵੀ ਸ਼ਮੂਲੀਅਤ ਕਰ ਰਹੇ ਹੋ, ਤੁਸੀਂ ਦਰਬਾਰ ਸਾਹਿਬ ਵਿਖੇ ਲੱਗੇ ਮੋਰਚੇ ਦੇ ਵਿੱਚ ਵੀ ਹਾਜ਼ਰੀਆਂ ਭਰੀਆਂ ਜਾਂ ਫਿਰ ਕਿਸਾਨਾਂ ਦੇ ਮੁੱਦੇ ਦੇ ਉੱਤੇ ਵੀ ਤੁਸੀਂ ਜਿਹੜਾ ਹੈ ਉਹ ਅੱਗੇ ਆਏ ਹੋ ਵੱਧ ਚੜ ਕੇ। ਸਭ ਤੋਂ ਪਹਿਲਾਂ ਖੇਤੀ ਆਰਡੀਨੈਂਸ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ, ਕਿਹੋ ਜਿਹੇ ਇਹ ਬਿੱਲ ਨੇ, ਕੀ ਨੁਕਸਾਨ ਇਹਨਾਂ ਦਾ ਹੋਏਗਾ ਤੁਹਾਡੇ ਮੁਤਾਬਕ, ਤੁਸੀਂ ਕੀ ਸਮਝਦੇ ਹੋ ਜੀ? ਦਲਜੀਤ ਦੇਖੋ, ਜਿਹੜਾ ਭਾਰਤ ਦੇਸ਼ ਜਦੋਂ ਹੋਂਦ ਵਿੱਚ ਆਇਆ ਸੀ, ਜਦੋਂ ਅੰਗਰੇਜ਼ਾਂ ਨੇ ਇਹਨੂੰ ਛੱਡਿਆ 1947 ਦੇ ਵਿੱਚ, ਤੇ ਉਸ ਤੋਂ ਬਾਅਦ ਭੀਮ ਸਾਹਿਬ ਬਾਬਾ ਰਾਓ ਅੰਬੇਦਕਰ ਹੋਣਾ ਨੇ ਜਿਹੜਾ ਸੰਵਿਧਾਨ ਬਣਾਇਆ ਜੀ, ਸਾਰੀਆਂ ਧਿਰਾਂ ਦੀ ਸਹਿਮਤੀ ਦੇ ਨਾਲ ਇੱਕ ਸੰਵਿਧਾਨ ਬਣਿਆ ਕਿ ਇਹ ਛੋਟੀਆਂ ਰਿਆਸਤਾਂ ਸੀਗੀਆਂ, ਛੋਟੇ ਰਾਜ ਸੀਗੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਫੈਡਰਲ ਸਟਰਕਚਰ ਦੇ ਤਹਿਤ ਇੱਕ ਵੱਡਾ ਇੱਕ ਦੇਸ਼ ਬਣਾਇਆ ਗਿਆ ਭਾਰਤ ਜੀ। ਇੱਕ ਫੈਡਰਲ ਦੇਸ਼ ਹੋਊਗਾ ਜਿਹਦੇ ਵਿੱਚ ਸਟੇਟਾਂ ਦੇ ਅਧਿਕਾਰ ਹੋਣਗੇ, ਜਿਹਦੇ ਵਿੱਚ ਕੇਂਦਰ ਕੋਲ ਸਰਟਨ ਅਧਿਕਾਰ ਹੋਣਗੇ। ਉਹ ਇੱਕ ਫੈਡਰਲ ਸਟਰਕਚਰ ਇਸ ਕਰਕੇ ਬਣਾਇਆ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਬੋਲੀਆਂ ਸੀਗੀਆਂ, ਬਹੁਤ ਸਾਰੀਆਂ ਭਾਸ਼ਾਵਾਂ ਸੀਗੀਆਂ, ਬਹੁਤ ਸਾਰੇ ਵੱਖ-ਵੱਖ ਕਲਚਰ ਸੀਗੇ, ਹਰ ਇੱਕ ਇਲਾਕੇ ਦਾ ਇੱਕ ਆਪਣਾ ਸੱਭਿਆਚਾਰ ਸੀ ਤੇ ਹਰ ਕੋਈ ਚਾਹੁੰਦਾ ਸੀ ਕਿ ਮੇਰਾ ਧਰਮ, ਮੇਰਾ ਸੱਭਿਆਚਾਰ, ਮੇਰੀ ਵਿਰਾਸਤ ਜਿਹੜੀ ਆ ਉਹ ਸੇਫ ਰਵੇ ਇਸ ਮੁਲਕ ਦੇ ਵਿੱਚ ਜੀ। ਸੋ ਇਸ ਕਰਕੇ ਉਹ ਫੈਡਰਲ ਸਟਰਕਚਰ ਬਣਿਆ ਸੀਗਾ ਤੇ ਸਿੱਖਾਂ ਨੇ ਵੀ ਉਦੋਂ ਆਪਣੇ ਆਪ ਨੂੰ ਇਸ ਭਾਰਤ ਦਾ ਆਪਣੇ ਆਪ ਨੂੰ ਹਿੱਸਾ ਬਣਾਇਆ। ਹਾਲਾਂਕਿ ਉਹ ਪੰਜਾਬ ਦੇ ਰਾਜੇ ਸੀਗੇ, ਪੰਜਾਬ ਦੇ ਵਿੱਚ ਸਿੱਖ ਰਾਜ ਸੀਗਾ ਜਦੋਂ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕੀਤਾ ਤੇ ਉਹ ਚਾਹੁੰਦੇ ਤਾਂ ਸਿੱਖ ਇੱਕ ਧਿਰ ਸੀਗੀ, ਆਪਣਾ ਇੱਕ ਵੱਖਰਾ ਰਾਜ ਹਾਸਲ ਕਰ ਸਕਦੇ ਸੀ, ਪਰ ਉਦੋਂ ਸਾਡੇ ਲੀਡਰਾਂ ਦੀ ਨਲਾਇਕੀ ਕਰਕੇ, ਬਲਦੇਵ ਸਿੰਘ ਵਰਗਿਆਂ ਦੀ ਨਲਾਇਕੀ ਕਰਕੇ ਜਿਹੜੇ ਸਿੱਖ ਸੀਗੇ ਇਹਨਾਂ ਨੇ ਆਪਣੀ ਹੋਣੀ ਨੂੰ ਇਸ ਮੁਲਕ ਦੇ ਨਾਲ ਜੋੜ ਰਿਹਾ, ਜਿਹੜਾ ਇਹ ਇਹਨਾਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਮੈਂ ਇੱਕ ਫੈਡਰਲ ਸਟੇਟਸ ਨੂੰ ਰਨ ਕਰੂੰਗਾ ਤੇ ਕੁਝ ਕੁ ਚੁਣਿੰਦਾ ਮੁੱਦੇ ਹੋਣਗੇ ਕੇਂਦਰ ਕੋਲ, ਬਾਕੀ ਸਾਰੇ ਮੁੱਦੇ ਜਿਹੜੇ ਸਟੇਟਸ ਕੋਲ ਹੋਣਗੇ। ਸੋ ਉਹਦੇ ਤਹਿਤ ਹੀ ਜਿਹੜਾ ਖੇਤੀ ਦਾ ਜਿਹੜਾ ਅੱਜ ਜਿਹੜਾ ਰੌਲਾ ਪਿਆ, ਅੱਜ ਜਿਹੜੀ ਨਾਅਰਾ ਦਿੱਤਾ ਇਹਨਾਂ ਨੇ ਕਿ ਵਨ ਕੰਟਰੀ ਵਨ ਮਾਰਕੀਟ, ਸੋ ਇਹ ਇੱਕ ਟੋਟਲੀ ਆਪੋਜ਼ਿਟ ਨਾਅਰਾ ਹੈ ਜਿਹੜਾ ਕਿ ਫੈਡਰਲ ਇੱਕ ਸਟੇਟਸ ਹੁੰਦੇ ਨੇ, ਜਿਵੇਂ ਪੂਰੇ ਦਾ ਪੂਰਾ ਯੂਰਪ ਇੱਕ ਕਨਫੈਡਰਲ ਤਰੀਕੇ ਦੇ ਨਾਲ ਇੱਕ ਢਾਂਚੇ ਵਿੱਚ ਆਪਣੇ ਆਪ ਵਿੱਚ ਜੁੜਿਆ ਹੋਇਆ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਕੁਝ ਲੀਡਰਾਂ ਨੇ ਵੀ ਇੱਕ ਅੰਮ੍ਰਿਤਸਰ ਐਲਾਨਨਾਮਾ ਕਰਕੇ, ਜਿਹਦੇ ਚ ਕੈਪਟਨ ਅਮਰਿੰਦਰ ਸਿੰਘ, ਸਿਮਰਜੀਤ ਸਿੰਘ ਮਾਨ ਤੇ ਬਾਦਲ ਤੋਂ ਬਿਨਾਂ ਸਾਰੇ ਉਸ ਸਮੇਂ ਦੇ ਪ੍ਰਮੁੱਖ ਲੀਡਰਾਂ ਨੇ ਵੀ ਇੱਕ ਅੰਮ੍ਰਿਤਸਰ ਐਲਾਨਨਾਮਾ ਤਿਆਰ ਕੀਤਾ ਸੀ। ਉਹਦੇ ਚ ਵੀ ਇਹੀ ਉਹਨਾਂ ਨੇ ਕਿਹਾ ਸੀ ਕਿ ਕਨਫੈਡਰਲ ਸਿਸਟਮ ਜਿਹੜਾ ਵਾ ਭਾਰਤ ਨੂੰ ਅਡਾਪਟ ਕਰਨਾ ਚਾਹੀਦਾ, ਤਾਂ ਹੀ ਸਿੱਖ ਜਿਹੜੇ ਆ ਇਸ ਕੰਟਰੀ ਦੇ ਵਿੱਚ ਰਹਿਣਗੇ। ਸੋ ਜਿਹੜੀ ਫੈਡਰਲ ਦੀ ਜਿਹੜੀ ਉਹ ਧਾਰਾ ਸੀ, ਜਿਹੜਾ ਉਹ ਮੂਲ ਜਿਹੜੇ ਕਰਕੇ ਸਾਰੇ ਰਿਆਸਤਾਂ ਤੇ ਸਾਰੇ ਰਾਜ ਤੇ ਸਿੱਖਾਂ ਨੇ ਵੀ ਆਪਣੇ ਆਪ ਨੂੰ ਜਾਂ ਪੰਜਾਬੀਆਂ ਨੇ ਵੀ ਆਪਣੇ ਆਪ ਨੂੰ ਉਹਦਾ ਹਿੱਸਾ ਬਣਾਇਆ ਸੀ, ਉਹ ਧਾਰਾ ਦੇ ਹੀ ਉਲਟ ਇਹ ਇਸ ਵੇਲੇ ਸਾਰਾ ਵਰਤਾਰਾ ਚੱਲ ਰਿਹਾ, ਜਿਹਦੇ ਤਹਿਤ ਹੀ ਇਹ ਜਿਹੜਾ ਬਿੱਲ ਹੋਇਆ ਵਾ ਵਨ ਨੇਸ਼ਨ ਵਨ ਮਾਰਕੀਟ ਦਾ। ਪਹਿਲਾਂ ਇਹਨਾਂ ਨੇ ਆਪਣਾ ਨਾਅਰਾ ਦਿੱਤਾ, ਹੁਣ ਅਸਿੱਧੇ ਰੂਪ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾ ਰਹੀ ਆ, ਉਹ ਵੀ ਆ ਵਨ ਨੇਸ਼ਨ ਵਨ ਰਿਲੀਜਨ ਹੋ ਗਿਆ। ਫਿਰ ਅਸਿੱਧੇ ਰੂਪ ਦੇ ਵਿੱਚ ਕਿਹਾ ਜਾ ਰਿਹਾ, ਸਿੱਧੇ ਰੂਪ 'ਚ ਹੀ ਬਲਕਿ ਕਿਹਾ ਜਾ ਰਿਹਾ ਵਨ ਨੇਸ਼ਨ ਵਨ ਲੈਂਗੁਏਜ, ਯਾਨੀ ਹਿੰਦੀ ਲੈਂਗੁਏਜ ਹੋਊਗੀ। ਸੋ ਉਸੇ ਤਹਿਤ ਹੀ ਵਨ ਨੇਸ਼ਨ ਵਨ ਟੈਕਸ ਇਹਨਾਂ ਨੇ ਲਾਗੂ ਕੀਤਾ, ਜਿਹਦੇ ਤਹਿਤ GST ਲਾਗੂ ਹੋਈ। GST ਦਾ ਇਹ ਹੋਇਆ ਕਿ ਸਾਰਾ ਸੈਂਟਰ ਦੀ ਜਿਹੜੀ ਸਰਕਾਰ ਹੈ, ਸਟੇਟਾਂ ਦਾ ਸਾਰਾ ਟੈਕਸ ਜਿੰਨਾ ਸਟੇਟ ਦੇ ਵਿੱਚ ਇਕੱਠਾ ਹੁੰਦਾ ਉਹ ਹੜੱਪ ਕਰਕੇ ਆਪਣੇ ਖਜ਼ਾਨੇ 'ਚ ਪਾ ਲੈਂਦੀ ਆ। ਬਾਅਦ 'ਚ ਸਟੇਟਾਂ ਜਿਹੜੀਆਂ ਨੇ ਉਹ ਬਾਟਾ ਲੈ ਕੇ ਉਹਨਾਂ ਦੇ ਕੋਲ ਪਹੁੰਚ ਜਾਂਦੀਆਂ ਨੇ ਕਿ ਸਾਨੂੰ ਸਾਡਾ ਸ਼ੇਅਰ ਦੇ ਦਿਓ। 6500 ਕਰੋੜ ਰੁਪਈਆ ਜਿਹੜਾ ਪੰਜਾਬ ਸਟੇਟ ਦਾ ਅੱਜ ਕੇਂਦਰ ਨੇ ਦੇਣਾ GST ਟੈਕਸ ਦਾ, ਉਹ ਦੇ ਨਹੀਂ ਰਿਹਾ। ਸੋ ਪੂਰੇ ਤਰੀਕੇ ਦੇ ਨਾਲ ਸਟੇਟਾਂ ਨੂੰ ਜਿਹੜਾ ਫੈਡਰਲ ਸਿਸਟਮ ਸੀ ਉਹਨੂੰ ਭੰਗ ਕੀਤਾ ਗਿਆ, ਸਟੇਟਾਂ ਨੂੰ ਪੂਰੇ ਤਰੀਕੇ ਦੇ ਨਾਲ ਸੈਂਟਰ ਦੇ ਕੇਂਦਰ ਦੇ ਅਧੀਨ ਕਰ ਲਿੱਤਾ ਗਿਆ। ਸੋ ਇਹ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਨਾ ਨੇਲ ਇਨ ਦਾ ਕਾਫਿਨ, ਲਾਸਟ ਨੇਲ ਇਨ ਦਾ ਕਾਫਿਨ, ਮੈਂ ਕਹੂੰਗਾ ਕਿ ਆਖਰੀ ਕਿੱਲ ਇਸ ਵੇਲੇ ਜਿਹੜਾ ਇਹ ਸਾਡੀ ਕਬਰ ਦੇ ਵਿੱਚ ਸਾਡਾ ਜਿਹੜਾ ਤਬੂਤ ਹੈ ਉਹਦੇ ਵਿੱਚ ਇਸ ਵੇਲੇ ਠੋਕਿਆ ਜਾ ਰਿਹਾ। ਇਹ ਜਿਹੜਾ ਖੇਤੀ ਬਿੱਲ ਜਿਹੜਾ ਇਹਨਾਂ ਨੇ ਆਰਡੀਨੈਂਸ ਦੇ ਰਾਹੀਂ ਇਹ ਬਿੱਲ ਪਾਸ ਕੀਤਾ, ਉਹ ਵੀ ਇਸ ਸਮੇਂ ਦੇ ਵਿੱਚ ਜਦੋਂ ਪੈਂਡੈਮਿਕ ਹੈ, ਕਰੋਨਾ ਫੈਲਿਆ, ਮੋਦੀ ਨੂੰ ਲੱਗਾ ਕਿ ਲੋਕ ਘਰਾਂ ਚੋਂ ਨਿਕਲਣਗੇ ਨਹੀਂ, ਵਿਰੋਧ ਨਹੀਂ ਕਰਨਗੇ ਤੇ ਸ਼ਾਇਦ ਮੈਂ ਇਹ ਜਿਹੜਾ ਵਾ ਧੱਕੇ ਦੇ ਨਾਲ ਇਹ ਬਿੱਲ ਜਿਹੜਾ ਲਾਗੂ ਕਰ ਲੂੰਗਾ। ਸੋ ਤੁਸੀਂ ਜਿੱਦਾਂ ਇੰਟਰੋਡਕਸ਼ਨ ਦਿੱਤੀ ਕਿ ਬਹੁਤ ਸਾਰੇ ਕਲਾਕਾਰ ਵੀ ਇਹਦੇ ਵਿਰੋਧ ਵਿੱਚ ਆਏ, ਇਸ ਬਿੱਲ ਦੇ ਤੇ ਕਿਸਾਨਾਂ ਦੇ ਹੱਕ ਵਿੱਚ ਆਏ ਆ। ਸੋ ਮੈਂ ਵੀ ਉਹ ਕਲਾਕਾਰ ਭਾਈਚਾਰੇ ਦਾ ਹਿੱਸਾ ਹੁੰਦਿਆਂ ਹੋਇਆ, ਉਸ ਤੋਂ ਵੀ ਪਹਿਲਾਂ ਮੈਂ ਆਪਣੇ ਆਪ ਨੂੰ ਹਮੇਸ਼ਾ ਇੱਕ ਇਸ ਧਰਤੀ ਦਾ ਇੱਕ ਪੁੱਤ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਸਿੱਖ ਹੋਣ ਦੇ ਨਾਤੇ, ਜਿਹੜਾ ਵੀ ਕੋਈ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ
ਮੈਂ ਆਪਣੀ ਸਮਝ ਮੁਤਾਬਕ ਉਹਦੇ ਤੇ ਆਪਣੀ ਸੋਚ ਜ਼ਰੂਰ ਵਿਅਕਤ ਕਰਦਾ ਰਹਿੰਦਾ। ਮੈਨੂੰ ਇਹ ਲੱਗਦਾ ਕਿ ਕਲਾਕਾਰ ਜਿਹੜੇ ਆ ਇਹਨਾਂ ਕੋਲ ਜੇ ਕੋਈ ਲਾਈਮਲਾਈਟ ਹੈ ਜਾਂ ਇਹ ਇੱਕ ਸੈਲੀਬ੍ਰਿਟੀ ਸਟੇਟਸ ਹੈ, 4 ਲੋਕ ਇਹਨਾਂ ਦੀ ਗੱਲ ਸੁਣਦੇ ਆ ਤੇ ਇਹਨਾਂ ਨੂੰ ਹੱਕੀ ਗੱਲਾਂ ਜ਼ਰੂਰ ਕਰਦੇ ਰਹਿਣਾ ਚਾਹੀਦਾ। ਸੋ ਇਸੇ ਤਹਿਤ ਹੀ ਇਸ ਵਾਰੀ ਮੈਨੂੰ ਬੜੀ ਖੁਸ਼ੀ ਹੋਈ ਕਿ ਬਹੁਤ ਵੱਡੀ ਗਿਣਤੀ 'ਚ ਜਿਹੜਾ ਕਲਾਕਾਰ ਭਾਈਚਾਰਾ ਜਾਂ ਗਾਉਣ ਵਾਲੇ ਨੇ ਉਹਨਾਂ ਸਾਰਿਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਤੇ ਕਿਸਾਨਾਂ ਦੇ ਨਾਲ ਆ ਕੇ ਖੜੇ ਹੋਏ। ਬਿਲਕੁਲ ਬਿਲਕੁਲ, ਵਾਕਿਆ ਹੀ ਇਸ ਗੱਲ ਦੀ ਖੁਸ਼ੀ ਵੀ ਹੈ ਕਿਉਂਕਿ ਨੌਜਵਾਨ ਵਰਗ ਖਾਸ ਤੌਰ ਦੇ ਉੱਤੇ ਕਲਾਕਾਰਾਂ ਦੇ ਨਾਲ, ਅਦਾਕਾਰਾਂ ਦੇ ਨਾਲ ਜੁੜਿਆ ਹੁੰਦਾ ਤੇ ਉਹ ਪਿਆਰ ਵੀ ਕਰਦੇ ਨੇ ਤੇ ਜਦੋਂ ਐਸੇ ਉਹਨਾਂ ਦੇ ਰੋਲ ਮਾਡਲ ਜਦੋਂ ਹੈ ਉਹ ਆਪ ਸੜਕਾਂ ਦੇ ਉੱਤੇ ਉਤਰ ਕੇ ਆਉਂਦੇ ਨੇ ਤਾਂ ਫਿਰ ਇੱਕ ਲੋਕ ਲਹਿਰ ਬਣਦੀ ਹੈ। ਸੋ ਜਿੱਥੇ ਭਾਜੀ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਸਾਰੇ ਕਲਾਕਾਰ ਇਸ ਦੇ ਵਿਰੋਧ ਦੇ ਵਿੱਚ ਆਏ ਨੇ, ਉੱਥੇ ਕੁਝ ਕਲਾਕਾਰ ਇਹੋ ਜਿਹੇ ਵੀ ਹੈ ਜਿਨ੍ਹਾਂ ਦਾ ਜੇਕਰ ਨਾਮ ਲੈਣ ਲੱਗੀਏ ਤਾਂ ਇੱਕ ਹੰਸਰਾਜ ਹੰਸ ਨੇ, ਉਸ ਤੋਂ ਬਾਅਦ ਦਲੇਰ ਮਹਿੰਦੀ ਸਾਹਿਬ ਨੇ, ਅਨੁਪਮ ਖੇਰ, ਕੰਗਣਾ ਰਣੌਤ ਜਿਹੜੇ ਨੇ ਉਹ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ। ਜੇ ਆਪਾਂ ਸਿੱਧੇ ਤੌਰ ਤੇ ਕਹੀਏ ਤਾਂ ਇਹਨਾਂ ਦਾ ਖੇਤੀ ਦੇ ਨਾਲ ਕੋਈ ਸਬੰਧ ਨਹੀਂ। ਜੇਕਰ ਹੁਣ ਦਲੇਰ ਮਹਿੰਦੀ ਸਾਹਿਬ ਦੀ ਵੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਰਿਸਪੈਕਟ ਦਿੱਤੀ ਹੈ। ਖੈਰ ਜਦੋਂ ਇਹੋ ਜਿਹੇ ਜਿਹੜੇ ਕਲਾਕਾਰ ਨੇ, ਕੁਝ ਕੁ ਕਲਾਕਾਰ ਹੈਗੇ ਆ, ਚਲੋ ਖੈਰ ਉਹਨਾਂ ਦੀ ਆਪਣੀ ਸੋਚ ਹੈ, ਇਹ ਉਹ ਹੱਕ ਦੇ ਵਿੱਚ ਭੁਗਤ ਰਹੇ ਨੇ, ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਕਿਉਂਕਿ ਕੰਗਣਾ ਰਣੌਤ ਪਿਛਲੇ ਦਿਨੀ ਇੰਨੀ ਜ਼ਿਆਦਾ ਫੇਮਸ ਹੋਈ ਹੈ, ਪੰਜਾਬੀਆਂ ਵੱਲੋਂ ਵੀ ਸਪੋਰਟ ਦੇ ਦਿੱਤੀ ਗਈ। ਖੈਰ ਉਹਨੇ ਵੀ ਕਿਸਾਨਾਂ ਨੂੰ ਆ ਕੇ ਅਖੀਰ ਅੱਤਵਾਦੀ ਤੱਕ ਗਰਦਾਨ ਦਿੱਤਾ। ਸੋ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹ ਦੇਖੋ, ਜਿਹੜੇ ਚੰਦ ਕੁ ਨਾਮ ਤੁਸੀਂ ਲਏ ਨੇ ਇਹ ਬਿਲਕੁਲ ਸਿੱਧੇ ਰੂਪ ਦੇ ਵਿੱਚ ਬੀਜੇਪੀ ਦੇ ਝੋਲੀ ਚੁੱਕ ਇਹ ਸਾਰੇ ਕਲਾਕਾਰ ਨੇ। ਬੀਜੇਪੀ ਦੇ ਤਾਂ MP ਨੇ, ਹੰਸਰਾਜ ਹੰਸ ਹੋਣਾ ਦੀ ਤੁਸੀਂ ਗੱਲ ਕੀਤੀ ਆ। ਸੋ ਉਹ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਬੀਜੇਪੀ ਦੇ ਆਪਣੀ ਪਾਰਟੀ ਦੇ ਅਗੇਂਸਟ ਬੋਲਣਗੇ ਨਹੀਂ। ਸੋ ਉਹਨਾਂ ਦਾ ਚੁੱਪ ਰਹਿਣਾ ਇਸ ਕਰਕੇ ਸਮਝ ਆਉਂਦਾ। ਪਰ ਇੱਥੇ ਅੱਜ ਦੀ ਡੇਟ ਦੇ ਵਿੱਚ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਨੇ ਇੰਨਾ ਵੱਡਾ ਉਹਨਾਂ ਨੂੰ ਇੱਜ਼ਤ ਮਾਣ ਦਿੱਤਾ ਜੀ, ਅੱਜ ਉਹ MP ਬਣੇ ਨੇ ਤੇ ਪੰਜਾਬ ਦੇ ਪੰਜਾਬੀਆਂ ਵੱਲੋਂ ਦਿੱਤੀ ਹੋਈ ਰੈਕਗਨੇਸ਼ਨ ਜਿਹੜਾ ਉਹਦੇ ਕਰਕੇ ਹੀ ਉਹ MP ਬਣੇ ਨੇ। ਉਹਨਾਂ ਨੂੰ ਪੰਜਾਬ ਦੇ ਹੱਕ 'ਚ ਬੋਲਣਾ ਚਾਹੀਦਾ ਸੀ। ਈਵਨ ਸਨੀ ਦਿਓਲ ਵਰਗੇ ਨੂੰ ਵੀ ਬੋਲਣਾ ਚਾਹੀਦਾ ਸੀ। ਆਪਣਾ ਗੁਰਦਾਸਪੁਰ ਤੋਂ ਇੰਨੀ ਵੱਡੀ ਗਿਣਤੀ 'ਚ ਉਹਨੂੰ ਜਿਤਾ ਕੇ ਭੇਜਿਆ। ਸੋ ਕੰਗਨਾ ਰਣੌਤ ਵਗੈਰਾ ਤਾਂ ਮਤਲਬ ਇਹਨਾਂ ਦਾ ਤਾਂ ਕੋਈ ਇੰਟੈਲੈਕਟ ਲੈਵਲ ਹੈ ਹੀ ਨਹੀਂ ਆ। ਜਾਂ ਅਨੁਪਮ ਖੇਰ ਦਾ ਇਹ ਤਾਂ ਸ਼ਰੇਆਮ ਮੋਦੀ ਦੀ ਤੂਤੀ ਦੇ ਨਾਲ ਤੂਤੀ ਵਜਾਉਣੀ ਹੁੰਦੀ। ਇਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਇਹ ਪਲੀਜ਼ ਕਰਨ ਦੀ ਇੱਕ ਪਾਲਿਸੀ ਹੁੰਦੀ ਆ ਆਪਣੇ ਆਪ ਕੰਮ ਕਰਨ ਦੇ ਲਈ। ਇਹ ਕੁਛ ਨਾ ਕੁਛ ਉਹਦੇ ਹੱਕ 'ਚ ਬੋਲਦੇ ਆ, ਸਮਝ ਹੋਵੇ ਨਾ ਹੋਵੇ। ਸੋ ਮੈਂ ਇਹਨੂੰ ਦਲੇਰ ਮਹਿੰਦੀ ਦਾ ਵੀ ਮੈਂ ਉਹ ਵੀਡੀਓ ਦੇਖਿਆ, ਉਹ ਥੋੜੇ ਜਿਹੇ ਕਣਕ ਦੇ ਦਾਣੇ ਪਾ ਕੇ ਮੁੱਠੀ 'ਚ ਤੇ ਵੀਡੀਓ ਉਹਨੇ ਬਣਾਈ ਤੇ ਉਹ ਹਾਸਾ ਹੀ ਆਉਂਦਾ ਇਹਨਾਂ ਦੀਆਂ ਮਤਲਬ ਇਹੋ ਜਿਹੀਆਂ ਨਾ ਸਮਝੀਆਂ ਵਾਲੀਆਂ ਗੱਲਾਂ ਤੇ ਕਿ ਪਤਾ ਲੱਗਦਾ ਸ਼ਰੇਆਮ ਕਿ ਇਹਨਾਂ ਦੇ ਪਿੱਠੂ ਲੋਕ ਨੇ। ਸੋ ਮੈਂ ਇਹਨਾਂ ਦੀ ਗੱਲ ਨੂੰ ਪਹਿਲਾਂ ਵੀ ਮੇਰੇ ਖਿਆਲ ਨਾਲ ਲੋਕ ਵੀ ਵੇਟ ਹੀ ਨਹੀਂ ਦਿੰਦੇ। ਗਾਣੇ ਗੁਣੇ ਜ਼ਰੂਰ ਸੁਣ ਲੈਂਦੇ ਆਪਾਂ ਸਾਰੇ ਇਹਨਾਂ ਦੇ, ਪਰ ਇਹਨਾਂ ਦੀ ਗੱਲ ਪਤਾ ਹੈ ਨੇ ਕਿ ਲੋਕ ਪੱਖੀ ਕਦੀ ਵੀ ਕੋਈ ਗੱਲ ਇਹਨਾਂ ਨੇ ਨਾ ਬੀਤੇ ਵਿੱਚ ਕੀਤੀ ਆ, ਨਾ ਹੀ ਫਿਊਚਰ 'ਚ ਇਹਨਾਂ ਤੋਂ ਕੋਈ ਐਕਸਪੈਕਟੇਸ਼ਨ ਹੈ। ਬਿਲਕੁਲ ਵਾਕਿਆ ਜੀ, ਕੁਝ ਕਲਾਕਾਰ ਜਿਹੜੇ ਨੇ ਉਹ ਵਾਕਿਆ ਹੀ ਕਲਾਕਾਰ ਹੁੰਦੇ ਨੇ ਤੇ ਕੁਝ ਕਲਾਕਾਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਵੀ ਹੈ ਨੇ ਜੋ ਫਿਰ ਸਾਰੀ ਉਮਰ ਤਾਂ ਕਹਿ ਲਈਏ ਲੋਕਾਂ ਵੱਲੋਂ ਦਿੱਤਾ ਗਿਆ ਫੇਮ ਮਾਣਦੇ ਰਹਿੰਦੇ ਨੇ ਤੇ ਅਖੀਰ ਦੇ ਵਿੱਚ ਜਾ ਕੇ ਉਹ ਸਾਰੀ ਰਿਸਪੈਕਟ ਜਿਹੜੀ ਹੈ ਇਹ ਅਸੀਂ ਸਾਰਿਆਂ ਨੂੰ ਵਿੱਚੇ ਕਹਿੰਦੇ ਹਾਂ। ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੀ ਰਿਸਪੈਕਟ ਖਤਮ ਕਰ ਲਈ ਹੋਈ ਹੈ। ਉਹਦੇ ਵਿੱਚ ਬੜੇ ਵੱਡੇ ਨਾਮ ਹੈ, ਆਪ ਸਭ ਜਾਣਦੇ ਹੋ, ਉਹਨਾਂ ਦੇ ਨਾਮ ਲੈਣੇ ਮੈਂ ਜ਼ਿਆਦਾ ਜ਼ਰੂਰੀ ਨਹੀਂ ਸਮਝਦਾ, ਜਿਨ੍ਹਾਂ ਨੇ ਆਪਣੀ ਰਿਸਪੈਕਟ ਜਿਹੜੀ ਹੈ ਉਹ ਬਿਲਕੁਲ ਖਤਮ ਕਰ ਲਈ ਹੈ। ਜਿੱਥੇ ਆਪਾਂ ਸਨੀ ਦਿਓਲ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਵੀ ਪੰਜਾਬ ਦਾ ਪੁੱਤਰ ਧਰਮਿੰਦਰ ਹੋਰਾਂ ਨੂੰ ਵੀ ਇਸੇ ਤਰ੍ਹਾਂ ਹੀ ਕਿਹਾ ਗਿਆ, ਪਰ ਅੱਜ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਜੋ ਉਹਨਾਂ ਦੀ ਰਿਸਪੈਕਟ ਜਿਹੜੀ ਹੈ ਉਹਨੂੰ ਢਾਹ ਲੱਗੀ ਹੈ, ਇਹ ਉਹੀ ਜਾਣਦੇ ਨੇ। ਖੈਰ ਇਹ ਉਹਨਾਂ ਦਾ ਆਪਣਾ ਵਿਸ਼ਾ ਹੈਗਾ। ਸੋ ਭਾਜੀ ਜੇਕਰ ਆਪਾਂ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ, ਕਿਉਂਕਿ ਪੰਜਾਬ ਜਿਹੜਾ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ। ਸੋਨੇ ਦੀ ਚਿੜੀ ਜੇਕਰ ਕਿਹਾ ਗਿਆ ਉਹ ਕਣਕ ਕਰਕੇ ਕਿਹਾ ਗਿਆ ਸੀ, ਕਿਉਂਕਿ ਸੁਨਹਿਰੀ ਰੰਗ ਦੀ ਜਿਹੜੀ ਹੈ ਉਹ ਕਣਕ ਖੇਤਾਂ 'ਚ ਲਹਿਰਾਉਂਦੀ ਸੀ। ਉਸ ਤੋਂ ਬਾਅਦ ਸੋਨੇ ਦੀ ਚਿੜੀ ਦਾ ਖਿਤਾਬ ਸਾਨੂੰ ਦਿੱਤਾ ਗਿਆ, ਪਰ ਅੱਜ ਤਾਂ ਉਹ ਸੋਨੇ ਦੀ ਚਿੜੀ ਜਿਹੜੀ ਹੈ ਉਹ ਲੋਹੇ ਦੀ ਬਣ ਗਈ। ਲੋਹੇ ਤੋਂ ਬਾਅਦ ਆਪਾਂ ਕਹਿ ਲਈਏ ਵੀ ਉਹਦੇ ਖੰਭ ਵੀ ਝਾੜ ਦਿੱਤੇ ਗਏ। ਅੱਜ ਚਿੜੀ ਜਿਹੜੀ ਹੈ ਉਹ ਉੱਡਣ ਤੋਂ ਵੀ ਰਹਿ ਚੁੱਕੀ ਹੈ। ਕਿਸ ਤਰ੍ਹਾਂ ਸਮਝਦੇ ਹੋ? ਕਿਉਂਕਿ ਇਸ ਵੇਲੇ ਆਵਾਜ਼ਾਂ ਬਹੁਤ ਉੱਠ ਰਹੀਆਂ, ਇਹ ਕਿਹਾ ਜਾ ਰਿਹਾ ਭਈ ਸਾਰਾ ਕੁਝ ਜਿਹੜਾ ਹੈ ਉਹ ਕੇਂਦਰੀਕਰਨ ਕੀਤਾ ਜਾ ਰਿਹਾ, ਸਾਰੀਆਂ ਸਟੇਟਾਂ ਦੇ ਹੱਕ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਇਹ ਖੋਏ ਜਾ ਰਹੇ ਨੇ। ਸਿਰਫ ਕਿਸਾਨੀ ਨਹੀਂ, ਮੁੱਦੇ ਹੋਰ ਬਹੁਤ ਨੇ। ਹੋਰ 6 ਮਹੀਨੇ ਖੜ ਕੇ ਕੁਝ ਨਵੀਂ ਚੀਜ਼ ਜਿਹੜੀ ਹੈ ਉਹ ਵੀ ਆਉਣ ਵਾਲੀ ਹੈ। ਕੇਂਦਰੀਕਰਨ ਕੀਤਾ ਜਾ ਰਿਹਾ, ਜਿਵੇਂ ਤੁਸੀਂ ਵਨ ਨੇਸ਼ਨ ਵਨ ਲੈਂਗੁਏਜ ਦੀ ਗੱਲ ਕੀਤੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਦੇਖੋ ਕਿਸਾਨਾਂ ਨੂੰ ਜਿਹੜਾ ਹੈ ਇਹਨਾਂ ਦਾ ਇਹ ਬਿੱਲ ਜਿਹੜਾ ਉਹ ਕਿਸਾਨਾਂ ਨੂੰ ਘਸਿਆਰੇ ਬਣਾਉਣ ਵਾਲੇ ਪਾਸੇ ਲੈ ਕੇ ਜਾਊਗਾ। ਇਹਨਾਂ ਨੇ ਸੋਚ ਲਿਆ ਹੋਇਆ ਪੰਜਾਬ ਦੇ ਵਿੱਚ ਜਿਹੜੀ ਵਿਦਰੋਹ ਦੀ ਆਵਾਜ਼ ਉੱਠਦੀ ਰਹਿੰਦੀ ਆ ਜਾਂ ਪੰਜਾਬ ਦੇ ਵਿੱਚ ਹੱਕੀ ਮੰਗਾਂ ਨੂੰ ਲੈ ਕੇ ਲੋਕ ਜਾਗਰੂਕ ਨੇ। ਉਹ ਲੋਕ ਜਾਗਰੂਕ ਇਸ ਕਰਕੇ ਨੇ ਕਿਉਂਕਿ ਜਦੋਂ ਆਪਾਂ ਬਾਬੇ ਨਾਨਕ ਦੀ ਦਿੱਤੀ ਹੋਈ ਖੇਤੀ ਦੀ ਗੱਲ ਆਪਾਂ ਕਰਦੇ ਹਾਂ, ਜਦੋਂ ਖੇਤੀ ਬੰਦਾ ਕਰਦਾ ਸਭ ਤੋਂ ਉੱਤਮ, ਸਾਡੇ ਸਿਆਣੇ ਕਹਿੰਦੇ ਕਿ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ। ਸੋ ਅੱਜ ਦੀ ਡੇਟ 'ਚ ਪੰਜਾਬੀ ਕਿਸੇ ਦੇ ਚਾਕਰ ਨਹੀਂ ਆ।
ਅੱਜ ਦੀ ਡੇਟ 'ਚ ਉੱਤਮ ਖੇਤੀ ਆ, ਕਿਉਂਕਿ ਰਾਜੇ ਨੇ ਆਪਣੇ ਖੇਤਾਂ ਨੇ, ਚਾਹੇ ਕਿਸੇ ਕੋ 4 ਕਿੱਲੇ ਆ, ਚਾਹੇ ਕੋ ਕਿਸੇ 10 ਕਿੱਲੇ ਆ, ਸੋ ਰਾਜੇ ਨੇ ਆਪਣੀ ਮਨਮਰਜ਼ੀ ਦੇ ਮਾਲਕ ਨੇ, ਤੇ ਉਹ ਹੁਣ ਉਹਨਾਂ ਨੂੰ ਘਸਿਆਰੇ ਇਹਨਾਂ ਨੇ ਬਣਾਉਣ ਦੀ ਇੱਕ ਸਕੀਮ ਘੜੀ ਆ, ਜਿਹਦੇ ਤਹਿਤ ਇਹ ਜਦੋਂ ਅਡਾਨੀਆਂ ਅੰਬਾਨੀਆਂ ਦੇ ਨੌਕਰ ਬਣ ਜਾਣਗੇ ਜਾਂ ਦਿੱਲੀ ਜਾਂ ਬੰਬੇ ਵਰਗੇ ਸ਼ਹਿਰਾਂ 'ਚ ਜਾ ਕੇ ਨੌਕਰੀਆਂ ਕਰਨਗੇ, ਮਜ਼ਦੂਰੀ ਕਰਨਗੇ, ਸੋ ਇਹਨਾਂ ਦੇ ਵਿੱਚ ਫਿਰ ਅਣਖ ਕਿੱਥੋਂ ਰਹਿ ਜਾਣੀ ਆ, ਤੇ ਇਹਨਾਂ ਨੇ ਫਿਰ ਹੱਕੀ ਮੰਗਾਂ ਦੀ ਗੱਲ ਕਿੱਥੋਂ ਕਰਨੀ ਆ। ਸੋ ਇਹ ਬੜੀ ਡੀਪ ਰੂਟਡ ਇੱਕ ਸਟੇਟ ਦੀ ਇੱਕ ਪਾਲਿਸੀ ਹੈ ਕਿ ਹੁਣ ਇਹਨਾਂ ਨੂੰ ਰੋਜੀ ਰੋਟੀ ਤੋਂ ਵੀ ਵਾਂਝਿਆ ਕਰੋ, ਹੁਣ ਇਹਨਾਂ ਨੂੰ ਬਿਲਕੁਲ ਘਸਿਆਰੇ ਬਣਾਉਣ ਵਾਲੇ ਪਾਸੇ ਨੂੰ ਇੱਕ ਕਦਮ ਹੈ। ਸੋ ਮੈਨੂੰ ਲੱਗਦਾ ਹੈ ਬਹੁਤ ਔਖੀ ਘੜੀ ਹੈ ਪੰਜਾਬ ਦੇ ਲਈ, ਸੰਕਟ ਦੀ ਘੜੀ ਹੈ, ਪਰ ਨਾਲ ਦੀ ਨਾਲ ਮੈਨੂੰ ਇਹ ਦੇਖ ਕੇ ਤਸੱਲੀ ਹੋਈ ਕਿ ਨੌਜਵਾਨ ਵਰਗ ਵੀ ਜਿਹੜਾ ਉੱਠ ਪਿਆ ਹੈ, ਆਪਣੇ ਗਾਇਕ ਵਰਗਾਂ ਨੇ ਵੀ ਉੱਠ ਕੇ ਹਮਾਇਤ ਕੀਤੀ ਆ, ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਲੋਕੀ ਇਸ ਮੁੱਦੇ ਦੇ ਉੱਤੇ ਇਕੱਠੇ ਹੋ ਗਏ ਨੇ ਪੰਜਾਬੀ। ਮੈਨੂੰ ਲੱਗਦਾ ਹਰਿਆਣੇ ਵਾਲਿਆਂ ਨੂੰ ਵੀ ਨਾਲ ਲੈ ਕੇ ਤੇ ਦਿੱਲੀ ਨੂੰ ਘੇਰਨਾ ਚਾਹੀਦਾ, ਦਿੱਲੀ ਦੇ ਵਿੱਚ ਜਾ ਕੇ ਇੱਕ ਇੰਟਰਨੈਸ਼ਨਲ ਲੈਵਲ ਦਾ ਦਬਾਅ ਬਣਾ ਕੇ ਜਿਹੜਾ ਵਾ ਇੱਕ ਘਸਿਆ ਪਿਟਿਆ ਜਿਹੜਾ ਬਿੱਲ ਹੈ, ਜਿਹੜਾ US ਵਿੱਚ ਫੇਲ ਹੋ ਚੁੱਕਾ, ਯੂਰਪ ਵਿੱਚ ਫੇਲ ਹੋ ਚੁੱਕਾ, ਬਿਹਾਰ 'ਚ ਇਹਨਾਂ ਨੇ ਬਿੱਲ ਜਿਹੜਾ 2006 'ਚ ਲਾਗੂ ਕੀਤਾ ਸੀ, ਪਿਛਲੇ 14 ਸਾਲ 'ਚ ਬਿਹਾਰ ਦਾ ਰਿਜ਼ਲਟ ਦੇਖ ਲਓ, ਘਸਿਆਰੇ ਹੀ ਬਣੇ ਉੱਥੋਂ ਦੇ ਕਿਸਾਨ। ਸੋ ਇੱਕ ਫੇਲ ਹੋਇਆ ਜਿਹੜਾ ਬਿੱਲ ਸੀਗਾ ਉਹਨੂੰ ਇਹਨਾਂ ਨੇ ਇੱਥੇ ਲਾਗੂ ਕਰਕੇ ਤੇ ਇੱਕ ਕਿਸਾਨ ਮਾਰੂ ਜਿਹੜੀ ਇਹਨਾਂ ਨੇ ਆਪਣੀ ਸੋਚ ਤੇ ਆਪਣੇ ਪੂੰਜੀਪਤੀਆਂ ਨੂੰ ਖੁਸ਼ ਕਰਨ ਦੇ ਲਈ ਇਹ ਸਾਰਾ ਜਿਹੜਾ ਅਡੰਬਰ ਹੈ ਇਸ ਕਰੋਨਾ ਦੀ ਮਹਾਮਾਰੀ ਦੇ ਸਮੇਂ ਤੇ ਜਾਣਬੁੱਝ ਕੇ ਇਹਨਾਂ ਨੇ ਰਚਿਆ, ਜਿਹੜਾ ਬਹੁਤ ਅੱਗੇ ਜਾ ਕੇ ਬਹੁਤ ਸਾਨੂੰ ਨੁਕਸਾਨ ਕਰੂਗਾ, ਖਾਸ ਤੌਰ ਤੇ ਪੰਜਾਬੀਆਂ ਨੂੰ। ਬਿਲਕੁਲ ਬਿਲਕੁਲ, ਹਰੀ ਕ੍ਰਾਂਤੀ ਦੇ ਨਾਮ ਤੇ ਜਦੋਂ ਤਾਂ ਲੋੜ ਸੀ ਉਦੋਂ ਨਿਚੋੜ ਲਿਆ ਗਿਆ ਪੰਜਾਬ ਨੂੰ, ਅੱਜ ਜਦੋਂ ਲੋੜ ਦਿਖਦੀ ਨਹੀਂ, ਕਿਉਂਕਿ ਮੈਂ ਸੁਣ ਰਿਹਾ ਕਿ ਬਾਹਰਲੇ ਦੇਸ਼ਾਂ ਤੋਂ ਵੀ ਕਣਕ ਜਾਂ ਫਿਰ ਝੋਨਾ ਜਾਂ ਕਹੀਏ ਕਿ ਚੌਲ ਜਿਹੜੇ ਉਹ ਬਾਹਰੋਂ ਆਉਣ ਲੱਗ ਪਏ ਆ। ਸੋ ਸ਼ਾਇਦ ਇਹੀ ਵੱਡੀ ਗੱਲ ਹੈ ਵੀ ਇਸ ਵੇਲੇ ਪੰਜਾਬ ਦੇ ਉਹਨਾਂ ਫਸਲਾਂ ਦੀ ਇਹਨਾਂ ਨੂੰ ਲੋੜ ਜਾਪਦੀ ਨਹੀਂ, ਇਸ ਕਰਕੇ ਉਸ ਖਿੱਤੇ ਦੇ ਵਿੱਚ, ਉਸ ਖਾਤੇ ਦੇ ਵਿੱਚ ਇਹਨਾਂ ਨੂੰ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਰ ਹਰੀ ਕ੍ਰਾਂਤੀ ਦੇ ਨਾਲ ਕਿੱਡਾ ਵੱਡਾ ਨੁਕਸਾਨ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੀ ਜ਼ਮੀਨ ਦਾ ਹੋਇਆ। ਅੱਜ ਆਪਾਂ ਜੇਕਰ ਕੈਂਸਰ ਦੀ ਗੱਲ ਕਰਦੇ ਹਾਂ ਤਾਂ ਉਹਦਾ ਕਿਤੇ ਨਾ ਕਿਤੇ ਸਿੱਟਾ ਜਿਹੜਾ ਅੱਜ ਸਾਨੂੰ ਭੁਗਤਣਾ ਪੈ ਰਿਹਾ, ਜਿਹੜੀਆਂ ਰੇਹਾਂ ਸਪਰੇਹਾਂ ਆਪਾਂ ਸਭ ਕੁਝ ਯੂਜ਼ ਕਰਦੇ ਆਏ ਹਾਂ। ਸੋ ਜਿੱਥੇ ਹੁਣ ਆਪਾਂ ਗੱਲ ਕਰਦੇ ਹਾਂ ਪੋਲੀਟੀਕਲ ਸਿਨੈਰੀਓ, ਜਿਵੇਂ ਮੈਂ ਹੁਣੇ ਇੰਟਰੋਡਕਸ਼ਨ ਦੇ ਵਿੱਚ ਭਾਜੀ ਇਹ ਗੱਲ ਕਹੀ ਸੀ ਕਿ 1947 'ਚ ਬਲਦੇਵ ਸਿੰਘ ਹੋਰਾਂ ਦੀ ਗਲਤੀ, ਤੇ ਉਸ ਤੋਂ ਬਾਅਦ 1978 ਦੇ ਵਿੱਚ ਵੀ ਸਾਡੇ ਉਹਨਾਂ ਲੋਕਾਂ ਦੀ ਹੀ ਗਲਤੀ, ਜਦੋਂ ਆਪਣਾ ਪੰਜਾਬੀ ਸੂਬਾ ਬਣਦਾ ਉਸ ਵੇਲੇ ਵੀ ਸਾਡੇ ਲੀਡਰਾਂ ਦੀ ਗਲਤੀ ਹੋਈ ਹੈ। ਸੋ ਜਦੋਂ ਕਪੂਰੀ ਦਾ ਜਿਹੜਾ ਟੱਕ ਲੱਗਦਾ, ਉੱਥੇ ਮੋਰਚਾ ਲੱਗਦਾ, ਉਸ ਵੇਲੇ ਜਿਹੜੀ ਹੈ SYL ਨਹਿਰ ਉਹਨੂੰ ਟੱਕ ਲਾਇਆ ਜਾਂਦਾ, ਤਾਂ ਉੱਥੇ ਵੀ ਸਾਡੇ ਲੀਡਰਾਂ ਵੱਲੋਂ ਸੱਦਾ ਪੱਤਰ ਭੇਜਿਆ ਗਿਆ ਇੰਦਰਾ ਗਾਂਧੀ ਨੂੰ ਵੀ ਆਓ, ਤੁਸੀਂ ਤੁਹਾਡਾ ਅਸੀਂ ਵੈਲਕਮ ਕਰਦੇ ਹਾਂ, ਤੁਸੀਂ ਆ ਕੇ ਟੱਕ ਜਿਹੜਾ ਲਾਓ। ਸੋ ਉਸ ਵੇਲੇ ਵੀ ਸਾਡੇ ਲੀਡਰਾਂ ਦੀ ਅੱਜ ਆਪਾਂ ਬਹੁਤ ਵਾਰ ਸੁਣਦੇ ਹਾਂ ਕਿ ਕੈਪਟਨ ਸਾਹਿਬ ਅਕਾਲੀ ਦਲ ਕਹਿ ਰਿਹਾ ਸੀ ਪਾਣੀ ਨਹੀਂ ਜਾਣ ਦਿਆਂਗੇ, ਖੈਰ ਉਸ ਵੇਲੇ ਟੱਕ ਇਹਨਾਂ ਵੱਲੋਂ ਲਾਏ ਗਏ ਸੀ। ਸੋ ਹੁਣ ਜਦੋਂ ਆਰਡੀਨੈਂਸਾਂ ਦੀ ਅੱਜ ਗੱਲ ਚੱਲਦੀ ਹੈ ਤਾਂ ਵਿੱਚ ਕੁਝ ਲੁਕਵੀਆਂ ਗੱਲਾਂ ਬਾਹਰ ਆ ਰਹੀਆਂ ਵੀ ਇਹਨਾਂ ਦੇ ਵੱਲੋਂ ਹੀ ਸਹਿਮਤੀ ਪ੍ਰਗਟਾਈ ਗਈ ਹੈ, ਉਹਦੇ ਵਿੱਚ ਅਕਾਲੀ ਦਲ ਵੀ ਹੈ, ਕੈਪਟਨ ਸਾਹਿਬ ਵੀ ਹੈ। ਪੋਲੀਟੀਕਲ ਸਿਨੈਰੀਓ ਕਿਵੇਂ ਦੇਖਦੇ ਹੋ? ਕੁਝ ਵੀ ਬਦਲਾ ਨਹੀਂ ਆਇਆ। ਬਿਲਕੁਲ ਜੀ, ਇਹ ਲੁਕਵੀਆਂ ਨਹੀਂ ਆ ਦਲਜੀਤ, ਮੈਂ ਤੁਹਾਨੂੰ ਇੱਥੇ ਕਰੈਕਟ ਕਰੂੰਗਾ, ਇਹ ਦੰਗੇ ਚ ਦਿਨ ਵਾਂਗੇ ਸਾਫ਼ ਗੱਲਾਂ ਨੇ। ਆਪਣਾ ਬਰੂਟ ਕਰਕੇ ਇੱਕ ਹੈਗੀ ਆ ਸਾਈਟ ਹੈ, ਸੋ ਮੈਂ ਉਹਦੇ ਤੇ ਦੇਖ ਰਿਹਾ ਸੀ ਕਿ ਸੁਖਬੀਰ ਬਾਦਲ ਹੁਣੀ ਕਿੱਦਾਂ ਪਹਿਲਾਂ ਇਹਦੇ ਹੱਕ ਵਿੱਚ ਭੁਗਤਦੇ ਰਹੇ, ਸੁਨੀਲ ਜਾਖੜ ਹੁਣਾਂ ਨੂੰ ਉਹ ਸਿੱਧਾ ਐਡਰੈਸ ਕਰਕੇ ਕਹਿ ਰਹੇ ਕਿ ਤੁਹਾਨੂੰ ਗਲਤਫਹਿਮੀ ਆ, ਆਰਡੀਨੈਂਸ ਬੜਾ ਹੱਕ 'ਚ ਹੈ, ਕਿਸਾਨਾਂ ਦੀ ਫੇਵਰ 'ਚ ਹੈ। ਪੂਰੇ ਤਰੀਕੇ ਦੇ ਨਾਲ ਉਹ ਪਹਿਲਾਂ ਇਹਨੂੰ ਐਡਵੋਕੇਟ ਕਰਦੇ ਰਹੇ, ਇਹਨੂੰ ਡਿਫੈਂਡ ਕਰਦੇ ਰਹੇ। ਜਦੋਂ ਪਤਾ ਲੱਗਾ ਕਿ ਨਹੀਂ ਕਿਸਾਨ ਕਨਵਿੰਸ ਨਹੀਂ ਹੋ ਰਹੇ, ਕਿਸਾਨ ਜਾਗਰੂਕ ਹੋ ਚੁੱਕੇ ਨੇ, ਉਹ ਸਮਝ ਗਏ ਨੇ ਇਹਦੇ ਪਿੱਛੇ ਦਾ ਛੜਯੰਤਰ ਕੀ ਹੈ, ਤੇ ਫਿਰ ਉਹੀ ਯੂ ਟਰਨ ਲੈ ਕੇ ਤੇ ਹੁਣ ਪਹਿਲਾਂ ਹਰਸਿਮਰਤ ਬਾਦਲ ਕੋਲੋਂ ਅਸਤੀਫਾ ਦਵਾਇਆ, ਹੁਣ ਅਕਾਲੀ ਦਲ ਉਹਦੇ ਚੋਂ ਬਾਹਰ ਵੀ ਹੋ ਗਿਆ। ਪਰ ਇਹ ਬਾਦਲ ਜਿਹੜੇ ਨੇ ਕਦੀ ਵੀ ਸੁਹਰਦੇ ਨਹੀਂ ਰਹੇ ਪੰਜਾਬ ਦੇ ਹੱਕਾਂ ਪ੍ਰਤੀ। ਐਂਡ ਤੁਸੀਂ ਗੱਲ ਕਰਦੇ ਹੋ ਕੈਪਟਨ ਵੀ ਇਸ ਵੇਲੇ ਉਹਨੂੰ ਤਾਂ ਮਜ਼ਾ ਆ ਰਿਹਾ ਜੋ ਪੰਜਾਬ ਦੀ ਸਥਿਤੀ ਇਸ ਵੇਲੇ ਬਣੀ ਹੋਈ ਆ, ਉਹ ਸਾਈਡ ਦੇ ਉੱਤੇ ਬੈਠ ਕੇ ਇੱਕ ਤਮਾਸ਼ੇ ਵਾਂਗ ਦੇਖ ਰਿਹਾ ਇਹਨੂੰ, ਬਲਕਿ ਪੰਜਾਬ ਦੇ ਲੋਕਾਂ ਨੇ ਸਾਰਾ ਆਪਣਾ ਫੋਕਸ ਜਿਹੜਾ ਮੋਦੀ ਵੱਲ ਕੀਤਾ ਹੋਇਆ। ਮੈਨੂੰ ਲੱਗਦਾ ਮੋਦੀ ਦੇ ਨਾਲ ਨਾਲ ਕੈਪਟਨ ਵੱਲ ਵੀ ਇਹ ਫੋਕਸ ਰੱਖਣਾ ਚਾਹੀਦਾ, ਕਿਉਂਕਿ ਕੈਪਟਨ ਨੇ ਇੱਕ ਟਾਈਮ ਦੇ ਉੱਤੇ ਇੱਕ ਬੜਾ ਵਧੀਆ ਕਦਮ ਲਿਆ ਸੀ SYL ਨੂੰ ਨਹਿਰ ਨੂੰ ਲੈ ਕੇ। ਜਦੋਂ ਉਹਦੀ ਆਪਣੀ ਕਾਂਗਰਸ ਸਰਕਾਰ ਸੀ, ਉਹਨੇ ਵਿਰੋਧ ਦੇ ਵਿੱਚ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਨਹੀਂ ਜਾਣ ਦੇਵਾਂਗੇ। ਆਪਣੀ ਇਹਦੀ ਕਾਂਗਰਸ UPA ਦੀ ਸਰਕਾਰ ਸੀਗੀ ਸੈਂਟਰ 'ਚ, ਸੋ ਉਦੋਂ ਇਹਦੀ ਬੜੀ ਬੱਲੇ ਬੱਲੇ ਹੋਈ ਸੀ ਕੈਪਟਨ ਦੀ। ਮੈਨੂੰ ਲੱਗਦਾ ਹੁਣ ਫੇਰ ਇਹਦੇ ਕੋਲ ਮੌਕਾ ਹੈ ਆਪਣੀ ਜਾਂਦੀ ਜਿਹੜੀ ਆ, ਇਹਦਾ ਮਤਲਬ ਆਲਮੋਸਟ ਮੈਨੂੰ ਲੱਗਦਾ ਲਾਸਟ ਟੈਨਿਓਰ ਹੀ ਹੋਣੀ ਹੈ ਐਜ਼ ਏ CM, ਜਿੰਨੀ ਇਹਦੀ ਉਮਰ ਹੋ ਚੁੱਕੀ ਆ। ਸੋ ਇਹਨੂੰ ਚਾਹੀਦਾ ਕਿ ਜੇ ਮਾੜੀ ਮੋਟੀ ਇਹਨੇ ਇੱਜ਼ਤ ਖੱਟਣੀ ਆ ਤੇ ਇਸ ਵੇਲੇ ਇਹਦੇ ਕੋਲ ਮੌਕਾ ਬਣਿਆ ਹੋਇਆ, ਇਹ ਪੰਜਾਬ ਅਸੈਂਬਲੀ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾ ਕੇ ਤੇ ਇਹ ਜਿਹੜੇ ਆਰਡੀਨੈਂਸ ਇਹਨਾਂ ਨੂੰ ਰੱਦ ਕਰੇ ਤੇ ਪੂਰੇ ਤਰੀਕੇ ਦੇ ਨਾਲ ਇਹਨੂੰ ਖਾਰਜ ਕਰੇ ਤੇ ਪੰਜਾਬ ਦੇ ਹੱਕਾਂ ਦੇ ਲਈ ਇਹ ਖੜ ਸਕਦਾ। ਇਹਦੇ ਕੋਲ ਇੱਕ ਮੌਕਾ ਹੈ। ਐਂਡ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਪੰਜਾਬ ਜਿਹੜੀ ਆ ਸੋਨੇ ਦੀ ਚਿੜੀ,
ਅੱਜ ਦੀ ਡੇਟ ਵਿੱਚ ਵੀ ਪੰਜਾਬ ਦੇ ਜਿਹੜੇ ਖੇਤੀ ਜਾਂ ਇੰਟਰਨੈਸ਼ਨਲ ਜਿਹੜੇ ਖੇਤੀ ਐਕਸਪਰਟ ਨੇ ਹਿੰਦੁਸਤਾਨ ਦੇ ਵੀ ਉਹ ਦੱਸਦੇ ਆ ਕਿ 1/3 ਜਿਹੜਾ ਕਣਕ ਝੋਨਾ ਪੰਜਾਬ ਤੋਂ ਜਾ ਰਿਹਾ ਐਂਡ ਜਿਹੜੀ ਪੰਜਾਬ ਦੀ ਜਿਹੜਾ ਜ਼ਮੀਨੀ ਪਾਣੀ ਆ ਉਹ ਥੱਲੇ ਚਲ ਗਿਆ। ਕਣਕ ਝੋਨੇ ਦੇ ਚੱਕਰ ਦੇ ਵਿੱਚ ਪੰਜਾਬ ਦਾ ਕਿਸਾਨ ਕਿਉਂ ਫਸਿਆ ਹੋਇਆ? ਕਿਉਂਕਿ ਇਹੀ ਇੱਕੋ ਇੱਕ ਦੋ ਫਸਲਾਂ ਨੇ ਜਿਸ ਤੇ ਉਹਨੂੰ MSP ਮਿਲਦਾ। ਸੋ ਜਿੰਨੀ ਦੇਰ ਤੱਕ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਸਿਰਫ ਇਹਨਾਂ ਦੋ ਫਸਲਾਂ ਤੇ ਮਿਲਦਾ, ਬਾਕੀ ਕੁਝ ਵੀ ਉਹ ਫਸਲ ਬੀਜੂਗਾ, ਕੁਝ ਵੀ ਲਾਊਗਾ, ਚਾਹੇ ਸਬਜ਼ੀਆਂ ਬੀਜ ਕੇ ਦੇਖ ਲਿਆ, ਕਦੀ ਆਲੂ ਗੰਢੇ ਆਪਾਂ ਰੁਲਦੇ ਦੇਖੇ ਆ ਸੜਕਾਂ ਤੇ, ਕਦੀ ਟਮਾਟਰ ਸੜਕਾਂ ਤੇ ਰੁਲਦੇ ਦੇਖੇ ਆ। ਉਹਨਾਂ ਦਾ ਮਤਲਬ ਕੋਈ ਉਹਨੂੰ ਗਰੰਟੀ ਨਹੀਂ ਆ ਕਿ ਜਦੋਂ ਉਹਦੀ ਕਰੋਪ ਰੈਡੀ ਹੋਊਗੀ, ਜਦੋਂ ਉਹਦੀ ਫਸਲ ਲੈ ਕੇ ਮੰਡੀ ਜਾਊਗਾ, ਅੱਗੋਂ ਉਹਨੂੰ ਕੀ ਭਾਅ ਮਿਲ ਸਕਦਾ। ਉਹਨੂੰ ਅੱਗੋਂ ਸੋਨੇ ਦਾ ਭਾਅ ਵੀ ਮਿਲ ਸਕਦਾ ਤੇ ਅੱਗੋਂ ਹੋ ਸਕਦਾ ਉਹਨੂੰ ਰੂੜੀ ਦੇ ਭਾਅ ਰੂੜੀ ਤੇ ਸੁੱਟ ਕੇ ਆਉਣਾ ਪਵੇ। ਸੋ ਇਸ ਕਰਕੇ ਕਿਸਾਨ ਦਾ ਕੋਈ ਦੋਸ਼ ਨਹੀਂ ਆ ਕਿ ਜੇ ਕਿਸਾਨ ਨੇ ਪੰਜਾਬ ਦੇ ਵਿੱਚ ਡਾਇਵਰਸਿਫਿਕੇਸ਼ਨ ਨਹੀਂ ਕੀਤੀ। ਸਰਦਾਰਾ ਸਿੰਘ ਜੌਹਲ ਹੋਣਾ ਦੀ ਇੱਕ ਰਿਪੋਰਟ ਸੀ ਕਿ ਪੰਜਾਬ ਦੇ ਵਿੱਚ ਡਾਇਵਰਸਿਫਿਕੇਸ਼ਨ ਦੀ ਲੋੜ ਆ, ਪਰ ਸਰਕਾਰ ਜਿਹੜੀਆਂ ਸਰਕਾਰਾਂ ਇਹ ਜੇ ਸਿਸਟਮ ਉਹਨੂੰ ਸਪੋਰਟ ਹੀ ਨਹੀਂ ਕਰੂਗਾ, ਡਾਇਵਰਸਿਫਿਕੇਸ਼ਨ ਕਰਨ ਵਾਲੇ ਇੱਕ ਪਾਸੇ ਕਿਸਾਨਾਂ ਨੂੰ ਇਨਕਰੇਜ ਕਰੂਗਾ ਹੀ ਨਹੀਂ, ਤੇ ਕਿਸਾਨ ਵਿਚਾਰੇ ਕੀ ਕਰ ਲੈਣਗੇ। ਸੋ ਇਹ ਬੜੀ ਮੰਦਾ ਸਿਸਟਮ ਹੈ, ਬੜਾ ਮਾੜਾ ਸਿਸਟਮ ਹੈ ਜਿਹਦੇ ਵਿੱਚ ਇੱਥੇ ਸਾਨੂੰ ਜੀਣਾ ਪੈ ਰਿਹਾ। ਤੇ ਇਸ ਵੇਲੇ ਉਹਨਾਂ ਦੀ ਪੂਰੀ ਜਿਹੜੀ ਪਾਲਿਸੀ ਹੈ ਕਿ ਕਿਸੇ ਤਰੀਕੇ ਨਾਲ ਪੰਜਾਬ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਤਾਂ ਲੱਗਾ ਸੀ ਕਿ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ ਜਾਂ ਰਹਿੰਦਾ ਖੁੰਦਾ ਜਿਹੜਾ ਬਾਹਰਲੇ ਦੇਸ਼ਾਂ 'ਚ ਚਲ ਗਿਆ, ਪਰ ਸਰਪ੍ਰਾਈਜ਼ਿੰਗਲੀ ਇਹ ਯੂਥ ਜਿਹੜਾ ਵਾ ਦੁਬਾਰਾ ਤੋਂ ਉੱਠਿਆ ਵਾ। ਚਾਹੇ ਕਿਹੋ ਜਿਹਾ ਵੀ ਉਹਨਾਂ ਦੇ ਸ਼ਕਲੋ ਸੂਰਤ ਹੈ, ਚਾਹੇ ਉਹ ਭੋਨੇ ਮੋਨੇ ਆ, ਸਿੰਗਰਾਂ ਨੂੰ ਫੋਲੋ ਕਰਨ ਵਾਲੇ ਆ ਜਾਂ ਜਿਹੋ ਵੀ ਆ, ਈਵਨ ਗਾਉਣ ਵਾਲੇ ਵੀ ਜਦੋਂ ਨਾਲ ਅੱਜ ਦੀ ਡੇਟ 'ਚ ਤੁਰ ਪਏ ਤੇ ਮੈਨੂੰ ਲੱਗਦਾ ਇੱਕ ਮੂਵਮੈਂਟ ਜਿਹੜੀ ਆ ਉਹਦੀ ਇੱਕ ਸ਼ੁਰੂਆਤ ਹੋਈ ਆ। ਇਹ ਲੰਬਾ ਚੱਲਣਾ ਸੰਘਰਸ਼, ਪਰ ਸ਼ੁਰੂਆਤ ਜ਼ਰੂਰ ਇੱਕ ਚੰਗੀ ਸ਼ੁਰੂਆਤ ਮੈਂ ਕਹੂੰਗਾ। 25 ਸਤੰਬਰ ਦਾ ਖਾਸ ਤੌਰ ਤੇ ਜਿਹੜਾ ਪੰਜਾਬ ਬੰਦ ਦਾ ਸੱਦਾ ਸੀ ਤੇ ਜਿਸ ਢੰਗ ਨਾਲ ਹੁਮਾ ਕੇ ਨੌਜਵਾਨ ਵਰਗ ਤੇ ਸਿੰਗਰ ਤੇ ਰਾਜਨੀਤਿਕ ਤੇ ਧਾਰਮਿਕ ਹਰ ਵਰਗ ਨੇ ਉਹਦੇ ਚ ਭਾਗ ਲਿਆ, ਮੈਨੂੰ ਲੱਗਦਾ ਇੱਕ ਮੂਵਮੈਂਟ ਦੀ ਸ਼ੁਰੂਆਤ ਹੋਈ ਹੈ। ਜੇ ਸਹੀ ਢੰਗ ਦੇ ਨਾਲ ਇਹਨੂੰ ਸੰਭਾਲ ਕੇ ਪੰਜਾਬੀਆਂ ਨੇ ਇੱਕ ਆਰਗੇਨਾਈਜ਼ਿੰਗ ਕਮੇਟੀ ਬਣਾ ਕੇ ਇਹਨੂੰ ਅੱਗੇ ਤੱਕ ਲੈ ਗਏ ਤੇ ਜ਼ਰੂਰ ਆਪਾਂ ਇਹ ਬਿੱਲ ਜਿਹੜੇ ਇਹਨਾਂ ਨੂੰ ਰੱਦ ਕਰਵਾ ਸਕਦੇ ਹਾਂ। ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇੱਕ ਟਰਮ ਸੀ ਜੀ ਕਿ ਪੰਜਾਬ ਦੀਆਂ ਫਸਲਾਂ ਦਾ ਜਿਹੜਾ ਰੇਟ ਹੈ, ਭਾਅ ਹੈ, ਉਹ ਪੰਜਾਬ ਸਰਕਾਰ ਤੈਅ ਕਰੇਗੀ, ਯਾਨੀ ਕਿ ਸਟੇਟਾਂ ਨੂੰ ਅਧਿਕਾਰ ਦੇਣੇ ਚਾਹੀਦੇ ਆ। ਉਸ ਵੇਲੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਗਿਆ ਕਿ ਇਹ ਬਹੁ ਗਿਣਤੀ ਦੇ ਵਿਰੁੱਧ ਹੈਗਾ, ਇਹ ਅੱਤਵਾਦ ਦੇ ਨਾਲ ਸੰਬੰਧਿਤ ਹੈ, ਇਸ ਤਰ੍ਹਾਂ ਦਾ ਮਤਾ ਜਿਹੜਾ ਹੈ ਉਹ ਨਹੀਂ ਪਾਸ ਹੋਣਾ ਚਾਹੀਦਾ। ਸੋ ਮਤੇ ਦੇ ਕਾਰਨ ਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਟੈਕ ਤੱਕ ਗੱਲ ਪਹੁੰਚ ਗਈ। ਪਰ ਅੱਜ ਸਾਰੀ ਹੀ ਜਨਤਾ, ਉਹ ਚਾਹੇ ਹਰਿਆਣੇ ਦੇ ਸਾਡੇ ਜਾਟ ਭਰਾ ਨੇ, ਚਾਹੇ ਦਿੱਲੀ ਦੇ ਬਾਰਡਰ ਤੇ ਸਾਡੇ ਉਹ ਭਰਾ ਨੇ ਜਿਹੜੇ ਦੂਸਰੇ ਨੇ। ਸੋ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਹਰ ਇੱਕ ਸ਼ਹਿਰੀ ਜਿਹੜਾ ਜਾਂ ਫਿਰ ਪੇਂਡੂ ਤਬਕਾ ਸਾਡਾ ਹੈਗਾ ਜਿਹੜਾ, ਉਹ ਸਾਰੇ ਹੀ ਉਹ ਗੱਲ ਦੇ ਉੱਤੇ ਆ ਗਏ। ਉਹਨਾਂ ਨੂੰ ਤਾਂ ਅੱਤਵਾਦੀ ਕਿਹਾ ਜਾਂਦਾ ਸੀ, ਜੂਨ 84 ਵੀ ਕਹਿੰਦੇ ਵੀ ਅਨੰਦਪੁਰ ਦੇ ਮਤੇ ਕਰਕੇ ਕਿਤੇ ਨਾ ਕਿਤੇ ਹੋਇਆ, ਪਰ ਅੱਜ ਉਹਨੂੰ ਸਾਰੇ ਕਹਿ ਰਹੇ ਵੀ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਸਾਡੇ ਨਾਲ ਧੱਕਾ ਹੋ ਰਿਹਾ, ਕੇਂਦਰ ਵੱਲੋਂ ਕੀਤਾ ਜਾ ਰਿਹਾ। ਇਹਨੂੰ ਕਿਸ ਤਰ੍ਹਾਂ ਵੇਖਦੇ ਹੋ? ਦੋ ਤਰ੍ਹਾਂ ਦੀ ਜਿਹੜੀ ਸੋਚ ਹੈ। ਦੇਖੋ ਦਲਜੀਤ, ਜਿਹੜਾ ਆਨੰਦਪੁਰ ਦਾ ਮਤਾ ਸੀ ਜਾਂ ਸੰਤਾਂ ਦੀਆਂ ਉਸ ਟਾਈਮ ਦੀਆਂ ਜਿਹੜੀਆਂ ਸਪੀਚਿਸ ਸੀਗੇ, ਸੰਤ ਜੋ ਕਹਿ ਰਹੇ ਸੀਗੇ ਗੱਲਾਂ ਅੱਜ ਤੋਂ 35-36 ਸਾਲ ਪਹਿਲਾਂ, 78 ਦੇ ਵਿੱਚ ਜਾਂ 84 ਤੱਕ ਜਦੋਂ ਸੰਤਾਂ ਦਾ ਇੱਕ ਯੁੱਗ ਸੀਗਾ। ਸੋ ਉਹ ਜਿਹੜੀਆਂ ਗੱਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਰਦੇ ਸੀ ਜਾਂ ਆਨੰਦਪੁਰ ਦੇ ਮਤੇ ਨੂੰ ਲੈ ਕੇ ਜਿੰਨਾ ਵੱਡਾ ਮੋਰਚਾ ਜਾਂ ਧਰਮ ਯੁੱਧ ਮੋਰਚਾ ਜਿਹੜੀ ਉਦੋਂ ਅਗਵਾਈ ਆਪਣਾ ਸੰਤ ਹਰਚੰਦ ਸਿੰਘ ਲੰਗੋਵਾਲ ਵੀ ਕਰਦੇ ਰਹੇ ਨੇ। ਸੋ ਉਹ ਮਤਾ ਜਿਹੜਾ ਸੀ ਉਹ ਅੱਜ ਦੀ ਡੇਟ 'ਚ ਵੀ ਪੂਰੇ ਦਾ ਪੂਰਾ ਰੈਲੇਵੈਂਟ ਹੈ। ਉਹ ਉਦੋਂ ਵੀ ਜਿਹੜਾ ਸੀ ਫੈਡਰਲ ਸਿਸਟਮ ਨੂੰ ਸਪੋਰਟ ਕਰਦਾ ਸੀ, ਉਦੋਂ ਵੀ ਇਹੀ ਕਿਹਾ ਸੀਗਾ। ਸਾਰੀਆਂ ਖੇਤਰੀ ਪਾਰਟੀਆਂ ਵੀ ਬਹੁਤ ਸਾਰੀਆਂ ਨਾਲ ਆ ਗਈਆਂ ਸੀ ਉਸ ਵੇਲੇ ਅਕਾਲੀ ਦਲ ਦੇ ਕਿ ਜਿਹੜੇ ਸਟੇਟ ਨੇ ਉਹਨਾਂ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਨੇ। ਉਹ ਪੂਰੇ ਦੇ ਪੂਰੇ ਸਾਰੇ ਇੰਡੀਆ ਦੇ ਸਟੇਟਸ ਦੇ ਲਈ ਇੱਕ ਬੜਾ ਵਧੀਆ ਇੱਕ ਸ਼ੁਭ ਸ਼ਗਨ ਹੋਣਾ ਚਾਹੀਦਾ ਸੀ। ਪਰ ਇੰਦਰਾ ਗਾਂਧੀ ਦੀ ਸਰਕਾਰ ਨੇ, ਕਾਂਗਰਸ ਨੇ ਉਹਨੂੰ ਧਰਮ ਨਾਲ ਜੋੜਤਾ, ਉਹਨੂੰ ਇਸ ਢੰਗ ਦੇ ਨਾਲ ਉਹਦਾ ਕਮਿਊਨਲਿਜ਼ਮ ਕਰਤਾ ਕਿ ਸਰਦਾਰ ਜਿਹੜੇ ਨੇ ਇਹ ਵੱਖਰੇ ਰਾਜ ਦੀ ਮੰਗ ਕਰਦੇ ਨੇ। ਇਹਨਾਂ ਨੇ ਮਤਲਬ ਬਹੁ ਗਿਣਤੀ ਜਾਂ ਹਿੰਦੂ ਭਾਈਚਾਰੇ ਨੂੰ ਪੰਜਾਬ ਚੋਂ ਕੱਢਣ ਦੀਆਂ ਸਕੀਮਾਂ ਬਣਾ ਲਈਆਂ ਨੇ, ਇਹ ਆਪਣਾ ਖਾਲਸਾ ਰਾਜ ਕਾਇਮ ਕਰਨਾ ਚਾਹੁੰਦੇ ਨੇ। ਸੋ ਇਹੋ ਜਿਹੇ ਢੰਗ ਦੇ ਨਾਲ ਉਹਦਾ ਫਿਰਕੂਕਰਨ ਕਰਤਾ ਕਿ ਹਿੰਦੂ ਭਾਈਚਾਰਾ ਟੋਟਲੀ ਉਦੋਂ ਸੰਤਾਂ ਦੇ ਜਾਂ ਉਸ ਮਤੇ ਦੇ ਟੋਟਲ ਵਿਰੋਧ ਵਿੱਚ ਭੁਗਤਿਆ। ਸੋ ਹਾਲਾਂਕਿ ਗੱਲ ਸਾਰੇ ਸਮੁੱਚੇ ਰੂਪ ਚ ਪੰਜਾਬ ਦੀ ਸੀ, ਉਹ ਅੱਜ ਬਿਲਕੁਲ ਮਤਾ ਫਿਰ ਹਰ ਇੱਕ ਨੂੰ ਯਾਦ ਆ ਰਿਹਾ, ਸੰਤਾਂ ਦੇ ਉਹ ਭਾਸ਼ਣ ਯਾਦ ਆ ਰਹੇ। ਮੈਂ ਈਵਨ ਕਬਰ ਗਰੇਵਾਲ ਹੋਣਾ ਦਾ ਹੁਣੇ ਹੀ ਮੈਂ ਦੇਖ ਰਿਹਾ ਸੀ, ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਸੋਸ਼ਲ ਹੈਂਡਲ ਤੇ ਸੰਤਾਂ ਦੀ ਸਪੀਚ ਤੇ ਸੰਤਾਂ ਦੇ ਬੋਲ ਦੇ ਨਾਲ ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ ਗਏ ਇੱਕ ਗੀਤ ਕੱਢਿਆ। ਸੋ ਸਰਟਨਲੀ ਸਾਡੇ ਵੱਡੇ ਬਜ਼ੁਰਗ ਜਿਹੜੇ ਸੀਗੇ, ਸੰਤ ਸੀ ਜਾਂ ਜਿਹੜੇ ਸਾਡੇ ਉਸ ਟਾਈਮ ਦੇ ਯੋਧੇ ਸੀਗੇ ਜਾਂ ਈਵਨ ਖਾੜਕੂ ਜਿਹੜੇ ਸੀਗੇ, ਉਹਨਾਂ ਨੇ ਇਹ ਗੱਲਾਂ ਉਦੋਂ ਹੀ ਪਛਾਣ ਲਈਆਂ ਸੀ ਜਦੋਂ ਪਾਣੀ ਅਜੇ ਗੋਡਿਆਂ ਤੱਕ ਸੀਗਾ। ਹੁਣ ਪਾਣੀ ਨੱਕ ਤੱਕ ਆ ਗਿਆ, ਹੁਣ ਮਤਲਬ ਸਾਹ ਲੈਣਾ ਔਖਾ ਹੋ ਗਿਆ। ਤੇ ਜਦੋਂ ਇਸ ਵੇਲੇ ਪੰਜਾਬੀ ਸਮੁੱਚੇ ਰੂਪ ਚ ਜਾਗੇ ਨੇ, ਪਰ ਅਜੇ ਵੀ ਜੇ ਹਮਲਾ ਮਾਰ ਲੈਣਗੇ ਤੇ ਪੰਜਾਬੀ ਜਿਹੜੇ ਨੇ ਆਪਣੀ ਕੋਈ ਨਾ ਕੋਈ ਹੋਂਦ ਨੂੰ ਬਚਾ ਸਕਣਗੇ। ਅਦਰਵਾਈਜ਼ ਇਸ ਵੇਲੇ ਜਿਹੜਾ ਪਾਣੀ ਜਿੱਦਾਂ ਮੈਂ ਕਿਹਾ ਨੱਕੋ ਨੱਕ ਆ ਗਿਆ,
ਡੁੱਬਣ ਦੀ ਤਿਆਰੀ ਆ ਪੰਜਾਬ ਦੀ। ਬਸ ਦੇਖੋ ਇਹ ਮੈਨੂੰ ਲੱਗਦਾ ਆਖਰੀ ਇੱਕ ਤਰੀਕੇ ਦਾ ਹੱਲ ਹੀ ਹੈ ਜੇ ਪੰਜਾਬੀ ਮਾਰ ਕੇ ਕਾਮਯਾਬ ਹੋ ਗਏ ਤਾਂ। ਬਿਲਕੁਲ ਬਿਲਕੁਲ, ਤੇ ਆਸ ਵੀ ਕਰਦੇ ਹਾਂ ਕਿ ਤੁਹਾਡੇ ਵਰਗੇ ਅਦਾਕਾਰ ਜਿਹੜੇ ਨੇ, ਚੰਗੇ ਇਨਸਾਨ ਜਿਹੜੇ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਐਸੀ ਲੋਕ ਲਹਿਰ ਬਣਾਉਣ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਸਹੀ ਦਿਸ਼ਾ ਦੇਣ, ਤੇ ਅਸੀਂ ਸ਼ਾਇਦ ਕੁਝ ਕਰ ਸਕਾਂਗੇ। ਕਿਉਂਕਿ ਜਿਵੇਂ ਜਜ਼ਬੇ ਦੇ ਨਾਲ ਇਹ ਸਾਰਾ ਕੁਝ ਸ਼ੁਰੂ ਹੋਇਆ, ਤੇ ਤੁਹਾਡੇ ਨਾਲ ਦੀਪ ਸਿੱਧੂ ਹੋਰਾਂ ਦੀ ਵੀ ਬਹੁਤ ਆਪਾਂ ਕਦਰ ਕਰਦੇ ਹਾਂ ਕਿ ਉਹ ਵੀ ਇਸ ਮੈਟਰ ਨੂੰ ਲੈ ਕੇ ਚੱਲ ਰਹੇ ਨੇ, ਤੇ ਉਹਨਾਂ ਵੱਲੋਂ ਵੀ ਬਹੁਤ ਵਧੀਆ ਇਸ ਜਿਹੜਾ ਹੈ ਇਹਨੂੰ ਲੈ ਕੇ ਜਾਇਆ ਜਾ ਰਿਹਾ। ਰਣਜੀਤ ਬਾਵਾ ਹੋ ਗਏ, ਤੁਹਾਡੇ ਸਾਥੀ ਕਲਾਕਾਰ, ਉਹ ਸਾਰੇ ਜਿਹੜੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰ ਰਿਹਾ। ਸੋ ਭਾਜੀ, ਜੇ ਹੁਣ ਆਪਾਂ ਗੱਲ ਕਰਨੀ ਹੋਵੇ 328 ਉਹਨਾਂ ਸਰੂਪਾਂ ਦੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਗਾਇਬ ਹੋ ਗਏ, ਸ਼੍ਰੋਮਣੀ ਕਮੇਟੀ ਕੋਈ ਵੀ ਸਿਰਾ ਬੰਨਾ ਨਹੀਂ ਲਾ ਰਹੀ। 12-15 ਦਿਨ ਹੋ ਗਏ ਅੱਜ ਉੱਥੇ ਸਿੱਖ ਜਥੇਬੰਦੀਆਂ ਮੋਰਚਾ ਲਾਈ ਬੈਠੀਆਂ ਨੇ। ਸੋ ਹੁਣ ਸਵਾਲ ਜਿਹੜਾ ਹੈ ਸਾਡਾ ਇਹ ਚੱਲ ਰਿਹਾ ਕਿ ਕੀ ਸਿੱਖ ਕੌਮ ਜਿਹੜੀ ਹੈ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਧਰਨੇ ਮੋਰਚੇ ਦੇ ਕੇ ਜਾਣਗੀਆਂ ਵੀ ਭਾਈ ਹੁਣ ਅਸੀਂ ਚੱਲੇ ਹਾਂ, ਸਾਡਾ ਤਾਂ ਹਾਲਤ ਜਿਹੜੀ ਉਹ ਬਜ਼ੁਰਗਾਂ ਵਾਲੀ ਹੋ ਗਈ ਆ, ਜਾਂ ਅਸੀਂ ਹੁਣ ਕੂਚ ਕਰ ਜਾਣਾ ਇੱਥੋਂ ਤੇ ਤੁਸੀਂ ਹੁਣ ਧਰਨੇ ਲਾਓ, ਸਾਡੀਆਂ ਜਿਹੜੀਆਂ ਜਗ੍ਹਾ ਸਾਂਭੋ। ਸੋ ਅਸੀਂ 47 ਤੋਂ ਪਹਿਲਾਂ ਦੇਸ਼ ਆਜ਼ਾਦ ਕਰਵਾਉਣ ਵਾਸਤੇ ਧਰਨੇ ਲਾਉਂਦੇ ਰਹੇ, ਮੋਰਚੇ ਲਾਉਂਦੇ ਰਹੇ, ਸ਼ਹੀਦੀਆਂ ਦਿੰਦੇ ਰਹੇ। ਅੱਜ ਆਜ਼ਾਦੀ ਤੋਂ ਬਾਅਦ ਜਿਹੜੀ ਕਹਿਣ ਨੂੰ ਭਾਰਤ ਦੀ ਆਜ਼ਾਦੀ ਹੈ, ਉਸ ਤੋਂ ਬਾਅਦ ਹੁਣ ਆਪਣੇ ਹੱਕਾਂ ਲਈ ਅਸੀਂ ਮੋਰਚੇ ਲਾ ਰਹੇ ਹਾਂ। ਜਦੋਂ ਮੋਰਚੇ ਲਾਉਂਦੇ ਹਾਂ, ਕੁਛ ਡਾਂਗਾ ਚੱਲਦੀਆਂ, 1-2 ਸਿੰਘ ਸ਼ਹੀਦ ਕਰ ਦਿੰਦੇ ਨੇ, ਫਿਰ ਉਹਦੇ ਵਾਸਤੇ ਮੋਰਚੇ ਲੱਗਦੇ ਆ, ਫਿਰ ਬਰਗਾੜੀ ਨਿਕਲਦਾ, ਫਿਰ ਸਰਬੱਤ ਖਾਲਸਾ ਨਿਕਲਦਾ। ਸੋ ਐਸੇ ਤਰ੍ਹਾਂ ਚੱਲਣ ਚਾਲ ਜਿਹੜਾ ਅੱਗੇ ਚੱਲੀ ਜਾਂਦਾ। ਪਰ ਸਾਡੇ ਧਾਰਮਿਕ ਲੀਡਰਾਂ ਦੀ ਵੀ ਆਪਾਂ ਦੇਖ ਲਈਏ ਕੋਈ ਭੂਮਿਕਾ ਬਹੁਤੀ ਵਧੀਆ ਨਹੀਂ। 328 ਸਰੂਪਾਂ ਦਾ ਮਾਮਲਾ ਤੇ ਸਾਰੇ ਕਾਸੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਦਲਜੀਤ, ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਜਿਹੜੇ ਮੋਰਚੇ ਲੱਗਦੇ ਨੇ, ਇਹ ਮੈਨੂੰ ਲੱਗਦਾ ਜਾਗਦੀ ਜ਼ਮੀਰ ਵਾਲੀਆਂ ਕੌਮਾਂ ਦੀਆਂ ਨਿਸ਼ਾਨੀ ਹੁੰਦੀ ਆ। ਡੈਫੀਨੇਟਲੀ ਲੀਡਰ ਧੋਖਾ ਕਰਦੇ ਆ ਤੇ ਮੋਰਚੇ ਲਾਉਣੇ ਪੈਂਦੇ ਆ। ਸੋ ਇੱਥੇ ਵੀ ਸਾਡੇ ਨਾਲ ਲੀਡਰਾਂ ਨੇ ਸਾਡੀ ਜਿਹੜੀ ਇੱਕ ਟਾਈਮ ਦੀ ਆਪਣੇ ਆਪ ਦੇ ਵਿੱਚ ਸਿਰਮੌਰ ਸੰਸਥਾ ਅਸੀਂ ਕਹਿ ਰਹੇ ਹਾਂ, ਕਿਉਂਕਿ ਸ਼੍ਰੋਮਣੀ ਕਮੇਟੀ ਬੜੀ ਜੱਦੋ-ਜਹਿਦ ਤੇ ਕੁਰਬਾਨੀਆਂ ਦੇ ਨਾਲ ਹੋਂਦ ਵਿੱਚ ਆਈ ਸੀ। ਪਰ ਇਸ ਵੇਲੇ ਉਹਦੇ ਵਿੱਚ ਇੰਨਾ ਵੱਡਾ ਘਪਲਾ ਜਿਹੜਾ ਹੋ ਗਿਆ, ਜਿਹੜਾ ਉਹ ਆਪਣੇ ਆਪ ਕਹਿ ਰਹੇ ਨੇ ਕਿ ਇੱਕ ਰਿਕਾਰਡ ਦੀ ਹੇਰਾਫੇਰੀ ਆ, ਜਾਂ 328 ਸਰੂਪ ਜਿਹੜੇ ਨੇ ਉਹ ਕਿੰਨਾ ਘਰਾਂ ਵਿੱਚ ਚਲੇ ਗਏ, ਅਜੇ ਤੱਕ ਕੋਈ ਲਿਸਟ ਹੀ ਨਹੀਂ ਦੇ ਸਕੇ, ਨਾ ਸਿੱਧੇ ਤੌਰ ਤੇ ਨਤਾਰ ਕੇ ਉਹ ਦੋਸ਼ੀਆਂ ਨੂੰ ਸਾਹਮਣੇ ਲਿਆ ਸਕੇ ਆ। ਤੇ 14ਵੇਂ ਦਿਨ ਦੇ ਵਿੱਚ ਅੱਜ ਉਹ ਮੋਰਚਾ ਪਹੁੰਚ ਗਿਆ। ਉਹ ਮੋਰਚਾ ਲਾਈ ਬੈਠੇ ਨੇ ਉੱਥੇ ਸਿੰਘ, ਤੇ ਮੇਰੇ ਖਿਆਲ ਦੇ ਨਾਲ SGPC ਜਿਹੜੀ ਆ ਥੋੜੀ ਬਹੁਤੀ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ, ਤੇ ਜਿਹੜੇ ਉਹਦੇ ਪ੍ਰਧਾਨ ਨੇ ਲੰਗੋਵਾਲ ਸਾਹਿਬ, ਤੇ ਇਹਨਾਂ ਨੂੰ ਇਹਦੇ 'ਚ ਪੂਰੀ ਸੁਹਿਰਦਤਾ ਦੇ ਨਾਲ ਇਹ ਜਿਹੜਾ ਮਸਲਾ ਇਹਦਾ ਹੱਲ ਕਰਨਾ ਚਾਹੀਦਾ, ਤੇ ਸਪਸ਼ਟ ਤੌਰ ਤੇ ਸੰਗਤ ਨੂੰ ਦੱਸਣਾ ਚਾਹੀਦਾ ਕਿ ਉਹ 328 ਸਰੂਪ ਜਿਹੜੇ ਆ, ਜੇ ਉਹ ਇਹ ਕਹਿੰਦੇ ਗੁੰਮ ਨਹੀਂ ਹੋਏ ਤਾਂ ਉਹ ਕਿੱਥੇ ਗਏ ਨੇ। ਜੇ ਗੁਰਸਿੱਖਾਂ ਦੇ ਘਰਾਂ ਵਿੱਚ ਉਹਦੀ ਲਿਸਟ ਰਿਲੀਜ਼ ਹੋਣੀ ਚਾਹੀਦੀ ਆ, ਤੇ ਜਿਹੜੇ ਦੋਸ਼ੀਆਂ ਨੇ ਉਹ ਘਪਲਾ ਕੀਤਾ, ਚਾਹੇ ਜੇ ਪੈਸੇ ਪਿੱਛੇ ਕੀਤਾ, ਸਰੂਪਾਂ ਦੇ ਅਗੇਂਸਟ ਜਿਹੜੀ ਉਹਨਾਂ ਨੇ ਭੇਟਾ ਲਈ ਉਹਦੇ ਕਰਕੇ ਕੀਤਾ, ਜਾਂ ਸਿਫਾਰਿਸ਼ਾਂ ਆਈਆਂ ਸੀ ਉਹਨੂੰ, ਵੱਡੇ ਲੋਕਾਂ ਦੇ ਟੈਲੀਫੋਨ ਆਏ ਸੀ ਉਹਨਾਂ ਕਰਕੇ ਉਹਨਾਂ ਨੇ ਸਰੂਪ ਰਿਕਾਰਡ 'ਚ ਚੜਾਏ ਬਿਨਾਂ ਦੇਤੇ, ਕਿ ਇਹਦੇ 'ਚ ਕੋਈ ਹੋਰ ਗੋਲਮੋਲ ਗੱਲ ਹੈਗੀ ਆ। ਉਹ ਜੋ ਵੀ ਗੱਲ ਹੈ ਉਹ ਸਪਸ਼ਟ ਹੋਣੀ ਚਾਹੀਦੀ ਹੈ। ਇਸ ਕਰਕੇ ਉਹ ਮੋਰਚਾ ਉੱਥੇ ਚੱਲ ਰਿਹਾ। ਮੈਂ ਉਸ ਮੋਰਚੇ ਦੀ ਵੀ ਸਪੋਰਟ ਕਰਦਾ, ਮੈਂ ਉੱਥੇ ਜਾ ਕੇ ਵੀ ਆਇਆ ਸੀਗਾ। ਠੀਕ ਹੈ। ਸੋ ਰਾਜਨੀਤਿਕ ਧਾਰਮਿਕ ਦੋਨਾਂ ਮੁੱਦਿਆਂ ਤੋਂ ਬਾਅਦ ਅਸੀਂ ਕੁਲਜਿੰਦਰ ਸਿੰਘ ਸਿੱਧੂ ਹੋਰਾਂ ਦੀ ਆਪਣੀ ਲਾਈਫ ਬਾਰੇ ਇਸ ਵੇਲੇ ਹੁਣ ਗੱਲ ਕਰਾਂਗੇ, ਜਿਹੜਾ ਸਾਡਾ ਲਾਸਟ ਸੈਗਮੈਂਟ ਹੈਗਾ ਕਿ ਕਿਵੇਂ ਚੱਲ ਰਹੀ ਲਾਈਫ ਇਸ ਵੇਲੇ, ਕੀ ਤੁਸੀਂ ਚਲਾ ਰਹੇ ਹੋ, ਕੁਝ ਸਾਡੇ ਦਰਸ਼ਕਾਂ ਦੇ ਨਾਲ ਜੇਕਰ ਸਾਂਝਾ ਕਰਨਾ ਚਾਹੋ, ਕਿਉਂਕਿ ਮੋਹਾਲੀ ਦੇ ਵਿੱਚੋਂ ਤੁਸੀਂ ਇਸ ਵੇਲੇ, ਸੋ ਕੋਈ ਨਵੇਂ ਪ੍ਰੋਜੈਕਟ ਦੀ ਤਿਆਰੀ ਜਾਂ ਫਿਰ ਕੀ ਇਸ ਵੇਲੇ ਐਕਟੀਵਿਟੀਜ਼ ਚੱਲ ਰਹੀਆਂ ਨੇ ਤੁਹਾਡੀਆਂ? ਦੇਖੋ ਇਸ ਵੇਲੇ ਤਾਂ ਸਾਰੀਆਂ ਐਕਟੀਵਿਟੀ ਸਾਡੀਆਂ ਲਗਭਗ ਠੱਪ ਹੋ ਗਈਆਂ। ਮੈਂ ਆਇਆ ਇੱਥੇ ਕੰਮ ਦੇ ਸਿਲਸਿਲੇ ਵਿੱਚ ਹੀ ਸੀਗਾ, ਪਰ ਇੱਥੇ ਆਉਂਦਿਆਂ ਹੀ ਪਹਿਲਾਂ ਇਹ ਦੋਨੋਂ ਮੋਰਚੇ ਪੈਰਲਲ ਸ਼ੁਰੂ ਹੋ ਗਏ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਲਾਪਤਾ ਹੋਏ ਉਹਨਾਂ ਦਾ ਮੋਰਚਾ ਦਰਬਾਰ ਸਾਹਿਬ 'ਚ ਸ਼ੁਰੂ ਹੋ ਗਿਆ। ਇੱਥੇ ਜਿਹੜਾ ਕਿਸਾਨਾਂ ਦਾ ਮੋਰਚਾ ਸੀ ਇਹ ਵੀ ਨਾਲ ਦੀ ਨਾਲ ਗਰਮੀ ਅਖਤਿਆਰ ਕਰ ਗਿਆ। ਹੁਣ ਸਾਡਾ ਸਾਰਾ ਕਿਸਾਨਾਂ ਦਾ ਜਾਂ ਮੁੱਦਾ ਇਹ, ਅਸੀਂ ਇਹਨੂੰ ਉਹਨਾਂ ਦਾ ਮੁੱਦਾ ਨਾ ਸਮਝ ਕੇ ਆਪਣਾ ਆਪ ਦਾ ਮੁੱਦਾ ਸਮਝ ਕੇ ਸਾਡੀ ਸਾਰੀ ਟੀਮ ਇਸ ਵੇਲੇ ਇਹਦੇ ਤੇ ਹੀ ਫੋਕਸ ਹੈ ਕਿ ਇਹ ਜਿਹੜਾ ਸੰਘਰਸ਼ ਹੈ, ਕੰਮ ਸਾਰੀ ਉਮਰ ਚੱਲਦੇ ਰਹਿਣੇ ਆ। ਇਹਦੇ ਵਿੱਚ ਹਿੱਸਾ ਲੈ ਕੇ ਇਹਦੀ ਕੋਈ ਨਾ ਕੋਈ ਰਣਨੀਤੀ ਘੜਨ ਦੇ ਵਿੱਚ ਅਸੀਂ ਜੇ ਕਿਸੇ ਤਰੀਕੇ ਦਾ ਕੋਈ ਹਿੱਸਾ ਪਾ ਸਕਦੇ ਹਾਂ ਸਾਰੇ ਕਲਾਕਾਰ, ਤੇ ਇਹ ਅੱਜ ਸਮੇਂ ਦੀ ਲੋੜ ਹੈ। ਅਦਰਵਾਈਜ਼ ਮੇਰੀ ਇੱਕ ਫਿਲਮ ਜਿਹੜੀ ਹੈ ਗੁਰਮੁਖ, ਉਹਦੀ ਡੱਬਿੰਗ ਆਲਮੋਸਟ ਕੰਪਲੀਟ ਹੋ ਚੁੱਕੀ ਹੈ। ਫਾਈਨਲ ਟੱਚਿਸ ਦੇ ਮੈਂ ਆਇਆ ਸੀ ਇੱਥੇ, ਉਹਦਾ ਵੀ ਫੋਟੋ ਸ਼ੂਟ ਵਗੈਰਾ ਜਿਹੜਾ ਗੁਰਮੁਖ ਦਾ ਪੋਸਟਰ ਸ਼ੂਟ ਵਗੈਰਾ ਉਹ ਚੱਲ ਰਿਹਾ ਸੀ। ਕੁਝ ਹੋਰ ਵੀ ਕੰਮ ਜਿਹੜੇ ਮੇਰੇ ਐਕਟਰ ਦੇ ਤੌਰ ਤੇ ਕੁਝ ਰੁਝੇਵੇਂ ਨੇ ਉਹ ਚੱਲ ਰਹੇ ਸੀਗੇ, ਪਰ ਇਸ ਵੇਲੇ ਫੋਕਸ ਜਿਹੜਾ ਸਾਰਾ ਇੱਧਰ ਹੋ ਗਿਆ। ਠੀਕ ਹੈ। ਸੋ ਗੁਰਮੁਖ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ, ਜਿਹਦੀ ਡਬਿੰਗ ਵੀ ਤੁਸੀਂ ਕਹਿ ਰਹੇ ਹੋ, ਸੋ ਕਦੋਂ ਕੁ ਫਿਰ ਆਪਾਂ ਕਹਿ ਸਕਦੇ ਹਾਂ ਐਸਟੀਮੇਟਡ ਕਦੋਂ ਕੁ ਰਿਲੀਜ਼ ਹੋ ਜਾਣੀ ਹੈ, ਕਿਹੋ ਜਿਹੀ ਸਟੋਰੀ ਹੋਏਗੀ ਇਸ ਦੀ ਜੀ?
ਗੁਰਮੁਖ ਇੱਕ ਬਹੁਤ ਹੀ ਵਧੀਆ ਕਹਾਣੀ ਹੈ। ਇੱਕ ਸਧਾਰਨ ਜੇ ਇੱਕ ਗੁਰਸਿੱਖ ਇੱਕ ਹੀਰੋ ਦੀ ਕਹਾਣੀ ਹੈ। ਬਹੁਤ ਘੱਟ ਹੁੰਦਾ ਹੈ ਪੰਜਾਬੀ ਫਿਲਮਾਂ ਦੇ ਵਿੱਚ ਕਿ ਇੱਕ ਸਾਬਤ ਸੂਰਤ ਗੁਰਸਿੱਖ ਦੇ ਅਰਾਊਂਡ ਪੂਰੀ ਕਹਾਣੀ ਬੁਣੀ ਜਾਵੇ। ਸੋ ਪਾਲੀ ਭੁਪਿੰਦਰ ਹੋਣਾ ਦੀ ਇਹ ਕਹਾਣੀ ਲਿਖੀ ਹੋਈ ਹੈ। ਸੋ ਬਹੁਤ ਹੀ ਸੋਹਣੀ ਉਹਨਾਂ ਨੇ ਇੱਕ ਕਹਾਣੀ ਬਣਾਈ ਸੀਗੀ ਕਿ ਇੱਕ ਆਮ ਜਿਹਾ ਸਧਾਰਨ ਜਿਹਾ ਇੱਕ ਗੁਰਸਿੱਖ ਸਿੱਖੀ ਨੂੰ ਮੰਨਣ ਵਾਲਾ ਇਨਸਾਨ ਕਿੱਦਾਂ ਇੱਕ ਚੀਜ਼ ਦਾ ਵਿਟਨੈਸ ਬਣਦਾ ਹੈ ਤੇ ਕਿਵੇਂ ਫਿਰ ਜਿਹੜੀ ਉਹਦੀ ਸਿੱਖੀ ਆ, ਜਿਹੜੀ ਗੁਰਬਾਣੀ ਆ ਜਾਂ ਸਿੱਖ ਹਿਸਟਰੀ ਆ, ਜਿਹੜੀ ਸਾਡੀ ਰਿਚ ਸਿੱਖ ਹਿਸਟਰੀ ਆ, ਕਿੱਦਾਂ ਉਹਨੂੰ ਇੰਸਪਾਇਰ ਕਰਦੀ ਆ ਇੱਕ ਆਮ ਜਿਹੇ ਬੰਦੇ ਨੂੰ ਤੇ ਕਿਵੇਂ ਫਿਰ ਉਹ ਸਾਰੇ ਤਾਣੇ ਬਾਣੇ ਦੇ ਖਿਲਾਫ ਸਿਸਟਮ ਦੇ ਖਿਲਾਫ ਲੜ ਕੇ ਇੱਕ ਲੜਕੀ ਨੂੰ ਇਨਸਾਫ ਦਿਵਾਉਣ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਤੱਕ ਜਾਂਦਾ, ਆਪਣਾ ਪਰਿਵਾਰ ਤੱਕ ਕੁਰਬਾਨ ਕਰਨ ਤੱਕ ਜਾਂਦਾ। ਸੋ ਇੱਕ ਬੜਾ ਸੋਹਣਾ ਇੱਕ ਅੱਜ ਦੀ ਸੁਸਾਇਟੀ ਦੇ ਵਿੱਚ ਇੱਕ ਡਰਾਮਾ ਤੇ ਇੱਕ ਵਧੀਆ ਮੈਸੇਜ ਦਿੰਦੀ ਹੋਈ ਕਹਾਣੀ ਹੈ, ਜਿਹੜੀ ਮੈਨੂੰ ਲੱਗਦਾ 3-4 ਮਹੀਨੇ ਤੱਕ ਜੇ ਸਿਨੇਮੇ ਖੁੱਲ ਗਏ ਤਾਂ ਸਿਨੇਮਿਆਂ 'ਚ ਆ ਜਾਊਗੀ। ਕਿਆ ਬਾਤ ਹੈ ਜੀ। ਅਸੀਂ ਵੀ ਇੰਤਜ਼ਾਰ ਕਰਾਂਗੇ ਜੀ ਕਿ ਜਦੋਂ ਉਹ ਫਿਲਮ ਰਿਲੀਜ਼ ਹੁੰਦੀ ਹੈ, ਤੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰ ਦੇਣਾ ਚਾਹੁੰਦਾ ਕਿ ਜ਼ਰੂਰ ਜਦੋਂ ਵੀ ਇਹ ਫਿਲਮ ਰਿਲੀਜ਼ ਹੁੰਦੀ ਹੈ, ਇਹਦਾ ਟ੍ਰੇਲਰ ਆਉਂਦਾ, ਸੋ ਸਾਰਿਆਂ ਨੇ ਭਰਵਾਂ ਹੁੰਗਾਰਾ ਵੀ ਦੇਣਾ ਆਪਣੇ ਆਪਣੇ ਤੌਰ ਦੇ ਉੱਤੇ, ਕਿਉਂਕਿ ਬਹੁਤ ਵਧੀਆ ਪਹਿਲਾਂ ਵੀ ਫਿਲਮਾਂ ਜਿਹੜੀਆਂ ਭਾਜੀ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਨੂੰ ਤੁਸੀਂ ਹੁੰਗਾਰਾ ਵੀ ਦਿੱਤਾ। ਸਾਡਾ ਹੱਕ ਆਪਾਂ ਕਹਿ ਲਈਏ ਕਿ ਇੱਕ ਬਹੁਤ ਵੱਡੀ ਮੂਵੀ ਸੀ ਜਿਹਨੇ ਦੁਨੀਆ ਭਰ ਦੇ ਵਿੱਚ ਇੱਕ ਤਰ੍ਹਾਂ ਦਾ ਕਹਿ ਲਈਏ ਵੀ ਹੁਲਾਰਾ ਜਿਹੜਾ ਹੈ ਉਸ ਵੇਲੇ ਦਿੱਤਾ ਉਹਨਾਂ ਸਮਿਆਂ ਦੇ ਵਿੱਚ। ਸੋ ਉਸ ਤੋਂ ਬਾਅਦ ਵੀ ਜਿਹੜੀਆਂ ਫਿਲਮਾਂ ਆਈਆਂ ਬਹੁਤ ਹੀ ਖੂਬਸੂਰਤ ਸੀ। ਸੋ ਇਹ ਫਿਲਮ ਦਾ ਵੀ ਆਪਾਂ ਇੰਤਜ਼ਾਰ ਕਰਾਂਗੇ ਸਾਰੇ ਰਲ ਮਿਲ ਕੇ। ਸੋ ਭਾਜੀ ਅਖੀਰ ਦੇ ਵਿੱਚ ਮੈਂ ਚਾਹੁੰਦਾ ਕਿ ਇਸ ਵੇਲੇ ਪੰਜਾਬ ਨੂੰ ਲੈ ਕੇ ਜਾਂ ਫਿਰ ਨੌਜਵਾਨਾਂ ਦੀ ਆਪਾਂ ਗੱਲ ਕਰ ਲਈਏ, ਸਾਰਿਆਂ ਨੂੰ ਸਮੁੱਚੇ ਤੌਰ ਦੇ ਉੱਤੇ ਕੀ ਆਪਣਾ ਮੈਸੇਜ ਦੇਣਾ ਚਾਹੋਗੇ ਐਜ਼ ਏ ਕਲਾਕਾਰ, ਐਜ਼ ਏ ਅਦਾਕਾਰ, ਤੇ ਸਾਰਾ ਕੁਛ ਹੀ ਆਪਾਂ ਸਾਰਾ ਵਿੱਚ ਹੀ ਲੈ ਲੈਂਦੇ, ਇੱਕ ਨਸ਼ੇ ਦੀ ਵੀ ਗੱਲ ਲੈ ਲੈਂਦੇ ਤੇ ਅੱਜ ਦੇ ਐਜੀਟੇਸ਼ਨਸ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਵੀ ਲੈ ਲੈਂਦੇ। ਕੀ ਮੈਸੇਜ ਤੁਹਾਡਾ ਹੈਗਾ ਜੀ? ਮੇਰਾ ਮੈਸੇਜ ਇਹੀ ਹੈ ਕਿ ਇਸ ਵੇਲੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਸ ਬਿੱਲ ਦੇ ਵਿਦਰੋਹ ਦੇ ਵਿੱਚ ਇਹ ਜੋਸ਼ ਵਿੱਚ ਨੇ ਤੇ ਉਹਨਾਂ ਦਾ ਜਿਹੜਾ ਜੋਸ਼ ਆ ਉਹਦੇ ਨਾਲ ਹੋਸ਼ ਬਹੁਤ ਜ਼ਰੂਰੀ ਆ। ਉਹਨਾਂ ਨੂੰ ਆਪਣੇ ਬਜ਼ੁਰਗਾਂ ਦੀ ਸਹਿਮਤੀ ਦੇ ਨਾਲ ਬਜ਼ੁਰਗਾਂ ਨੂੰ ਕੰਸਲਟ ਕਰਕੇ, ਕਿਉਂਕਿ ਜੋਸ਼ ਤੇ ਹੋਸ਼ ਦਾ ਜੇ ਕੰਬੀਨੇਸ਼ਨ ਬਣਿਆ ਰਹੂਗਾ ਫੇਰ ਹੀ ਅਸੀਂ ਇਹਦੇ 'ਚ ਕੁਝ ਹਾਸਲ ਕਰ ਸਕਦੇ ਹਾਂ। ਅਦਰਵਾਈਜ਼ ਸਰਕਾਰਾਂ ਬਹੁਤ ਜ਼ਾਲਮ ਨੇ, ਪਿੱਛੇ ਵੀ ਪੰਜਾਬ ਦਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ। ਛੋਟੀ ਮੋਟੀ ਵੀ ਜੇ ਕੋਈ ਹਿੰਸਾ ਦੀ ਘਟਨਾ ਭੜਕ ਗਈ, ਭਾਈਚਾਰਕ ਸਾਂਝ ਦੀ ਤੰਦ ਜੇ ਟੁੱਟ ਗਈ, ਸਰਕਾਰਾਂ ਨੇ ਏਜੰਸੀਆਂ ਨੇ ਬਹੁਤ ਕੁਛ ਇਹਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਹੈ ਢੰਗ ਦੇ ਨਾਲ। ਇਹ ਸਾਰਾ ਜਿਹੜਾ ਵਾ ਮੋਰਚਾ ਇਹਨੂੰ ਡਿਵਰਟ ਕੀਤਾ ਜਾਵੇ, ਇਹਦਾ ਫੋਕਸ ਕਿਸੇ ਹੋਰ ਪਾਸੇ ਹੋ ਜੇ, ਇਹਦੇ 'ਚ ਹਿੰਸਾ ਭੜਕ ਜੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਕਾਰ ਦੇ ਹੈਗੀਆਂ। ਸੋ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈ, ਈਵਨ ਆਪਣੇ ਕਲਾਕਾਰ ਭਾਈਚਾਰੇ ਨੂੰ, ਗਾਉਣ ਵਾਲਿਆਂ ਨੂੰ ਬਹੁਤ ਸਾਰੇ ਉਦਣ ਜੋਸ਼ ਦੇ ਵਿੱਚ ਆ ਕੇ ਗਰਮ ਸਟੇਟਮੈਂਟਸ ਵੀ ਕਈ ਦੇ ਗਏ। ਸੋ ਮੈਨੂੰ ਇਹੀ ਸਾਰਿਆਂ ਨੂੰ ਇਹੀ ਰਿਕੁਐਸਟ ਮੇਰੀ ਕਰਨੀ ਬਣਦੀ ਹੈ ਕਿ ਜੋਸ਼ ਦੇ ਹੋਸ਼ ਦੇ ਨਾਲ ਆਪਾਂ ਮਿਲ ਕੇ ਜਿਹੜਾ ਵਾ ਇਹ ਮੋਰਚਾ ਫਤਿਹ ਕਰਨਾ। ਸੋ ਇਹੀ ਮੇਰੀ ਬੇਨਤੀ ਹੈ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੇ ਆਸ ਵੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਵੀ ਇਹਨਾਂ ਮੋਰਚਿਆਂ ਨੂੰ ਲੈ ਕੇ ਜਾਂ ਫਿਰ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਉਹ ਪੰਜਾਬੀਅਤ ਦੀ ਸੇਵਾ ਵੀ ਕਰਦੇ ਰਹੋਗੇ। ਸੋ ਤੁਹਾਡੇ ਦਿਲ ਦੇ ਵਿੱਚ ਦਰਦ ਵੀ ਹੈ ਤੇ ਤੁਹਾਡੀਆਂ ਆਉਣ ਵਾਲੀਆਂ ਜਿਹੜੇ ਅਪਕਮਿੰਗਸ ਜਿਹੜੇ ਤੁਹਾਡੇ ਪ੍ਰੋਜੈਕਟ ਹੈਗੇ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਸਾਡੇ ਸਾਰੇ ਹੀ ਦਰਸ਼ਕਾਂ ਵੱਲੋਂ ਕਿ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਆ ਉਹ ਕੰਪਲੀਟ ਹੋਣ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਆਉਣ। ਤੇ ਮੈਂ ਬਹੁਤ ਧੰਨਵਾਦ ਕਰਕੇ ਤੇ ਇੱਥੇ ਹੀ ਆਪਾਂ ਸਮਾਪਤੀ ਭਾਜੀ ਕਰਦੇ ਹਾਂ ਤੇ ਮਿਲਾਂਗੇ ਫਿਰ ਕਿਤੇ ਨਵੇਂ ਕਿਸੇ ਐਪੀਸੋਡ ਦੇ ਵਿੱਚ ਨਵੇਂ ਕਿਸੇ ਮੁੱਦੇ ਦੇ ਨਾਲ ਆਪ ਜੀ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਬਹੁਤ ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।